तेरे कवन कवन गुण कह कह गावा तू साहेब गुणी न धन तुमरी महिमा तुमरी महिमा वर्ण ना सकूं तू ठाकर भगवाना वहाँ प्रगट्यो वहाँ प्रगट्यो मर्द या गमड़ा वरिया अकेला वाहो वाहो गोबिंद सिंह आपे गुरु चेला आनंद गुणदान गुरु गरीब नवाज जियो भोलना दी सत श्री वाहे गुरु जी जदों जोर जुल्म दा वध गया औरंगजेब दा जदों जोर जुल्म दा वध गया औरंगजेब दा मच गई देश अंदरता मच गई देश अंदरता उदों हाहाकार जी
गए हेमकुंट तो वाली दो जहान दे, आ गए हेमकुंट तो वाली दो जहान दे। तनी देख देख दे, तनी देख देख दे जो 10वें अवतार जी। जदों पिता वारिया उमर सी 9 सालां दी, जदों पिता वारिया, जदों पिता वारिया उमर सी 9 सालां दी। कीता हिंद दे उत्ते, कीता हिंद दे उत्ते सतगुर ने उपकार जी। सदके संगतां सारियां भागां भरी विसाखी नूं, सदके संगतां सारियां भागां भरी विसाखी नूं। खंडे नाल परख के, खंडे नाल परख के कीते सिंह तैयार जी। मुल तारिया बाप ने हूर आजादी दा, किवें मुल तारिया, किवें मुल तारिया बाप ने हूर आजादी दा। सरसा कंडे आके, सरसा कंडे आके विछड़ गया परिवार जी। ज़ोर ज़मीन लई, कोई युद्ध ना कीता ज़ोर ज़मीन लई। देश धर्म तो हस के, देश धर्म तो हस के वारे पुत्र 4 जी। धन धन आखो 10वें गुरताई रिशपाल सिया, धन धन आखो 10वें गुरताई रिशपाल सिया। रखो हाथ सीस ते, रखो हाथ सीस ते आप गुरु निरंकार जी। शरदा विच गड़ूंद होके, ओत-पोत होके प्यार ते सत्कार दे नाल धन धन गुरु गोबिंद सिंह जी महाराज उन्हां दा प्रकाश पुरब मना रहे। गुरु के प्यारिओ, कुरबानी तिन्ना गुर सिखां भाई भगत गुरपुरब करंदी। उन्हां तो सदके, उन्हां तो बलिहारे ਜਿਹੜੇ प्यार नाल, शरदा नाल, एके नाल अपने गुरुआं दे पुरब मनाउंदे ने। अज समुचियां गुरु प्यारियां गुरसिख संगतां, RCF दी जिन्नी भी संगत प्यारी रल मिल के तुसी कीर्तन कथा अते ढाडी दरबार सजा रहे हो। मेरे बाजां वाले माही दी कीर्ति नूं सरवण कर रहे हो। कलगीधर पातशाह गुरु गोबिंद सिंह जी महाराज उन्हां बारे आपां दिन रात लगे रहिए, उन्हां दी उस्तत करिए, उन्हां दा आपां गुण गायन, उन्हां दी कवितावां राहीं या कीर्तन कथा शब्दां राहीं गुरु के प्यारे करके गए ने, सतो पूरी नहीं होनी, क्योंकि वो महान ने। उन्होंने
ਉਹ ਕਾਰਜ ਕੀਤਾ 42 ਸਾਲ ਦੀ ਉਮਰ ਦੇ ਵਿੱਚ ਜੋ ਕਰ ਨਹੀਂ ਕੋਈ ਸਕਿਆ। ਆਓ ਗੁਰੂ ਕੇ ਪਿਆਰਿਓ, ਸਮਾਂ ਸੀਮਤ ਹੈ। ਭਮਾਲ ਦੇ ਢਾਡੀ ਜਥੇ ਦੀ ਫਤਿਹ ਪ੍ਰਵਾਨ ਕਰਦੇ ਹੋਏ ਸਮੁੱਚੀ ਗੁਰੂ ਪਿਆਰੀ ਗੁਰਸਿੱਖ ਸੰਗਤ ਇੱਕ ਜ਼ੁਬਾਨ ਹੋ ਕੇ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਹਾਰ ਦੀ ਰਾਜਧਾਨੀ ਪਟਨਾ ਸਾਹਿਬ, ਜਿਹੜੇ ਗੁਰੂ ਕੇ ਪਿਆਰੇ ਦਰਸ਼ਨ ਦੀਦਾਰ ਕਰਕੇ ਆਏ ਨੇ ਉਹ ਪਵਿੱਤਰ ਅਸਥਾਨ ਦੇ, ਉਹ ਧੰਨਤਾ ਦੇ ਯੋਗ ਨੇ। ਆਪਾਂ ਇਹ ਵੀ ਜਾਣਦੇ ਆ ਉਸ ਧਰਤੀ ਨੇ ਪਹਿਲਾਂ ਪਾਟਲੀ ਪੁੱਤਰ ਆਪਦਾ ਨਾਂ, ਜਦੋਂ ਪਾਟਲੀ ਪੁੱਤਰ ਕਹਿ ਕੇ ਉਹਨੂੰ ਯਾਦ ਕਰਦੇ ਆ, ਫਿਰ ਸਾਡੇ ਕੋਲੇ ਇੱਕ ਰਾਜੇ ਦੀ ਉੱਥੇ ਗੱਲ ਯਾਦ ਆਉਂਦੀ ਆ। ਉਹ ਰਾਜਾ ਸੀ ਸਮਰਾਟ ਅਸ਼ੋਕ। ਉਹਦੇ ਵਿੱਚ ਇੱਕ ਗੁਣ ਸੀ, ਪ੍ਰਮਾਤਮਾ ਬੰਦੇ ਨੂੰ ਗੁਣ ਦਿੰਦਾ। ਕਈਆਂ ਵਿੱਚ ਆਪਾਂ ਵੇਖਦੇ ਆ ਦੁਨੀਆਦਾਰਾਂ ਨਾਲੋਂ ਵੱਖਰੇ ਗੁਣ ਹੋਇਆ ਕਰਦੇ ਨੇ, ਲੋਕੀ ਉਹਨਾਂ ਅੱਗੇ ਝੁਕਦੇ ਵੀ ਨੇ, ਉਹਨਾਂ ਦਾ ਜਸ ਵੀ ਕਰਦੇ ਨੇ। ਅਸ਼ੋਕ ਦੀ ਇੱਕ ਸਿਫਤ ਸੀ, ਗੁਣ ਕਹਿ ਲੋ। ਉਹਦੇ 2 ਬੱਚੇ ਨੇ, ਇੱਕ ਪੁੱਤ ਇੱਕ ਧੀ। ਤੁਸੀਂ ਅੱਜ ਲੀਡਰ ਵੇਖਦੇ ਹੋ ਰਾਸ਼ਟਰੀ ਜਮਾਤਾਂ ਦੇ, ਕਦੇ ਲੀਡਰ ਦਾ ਪੁੱਤ ਧਰਮ ਦਾ ਪ੍ਰਚਾਰਕ ਬਣਦਾ ਵੇਖਿਆ? ਲੀਡਰ ਦਾ ਪੁੱਤ ਲੀਡਰ ਬਣਦਾ ਤੇ ਸਾਰਿਆਂ ਨੇ ਬਣਾਏ। ਵੇਖੋ ਸਾਰਿਆਂ ਨੇ ਬਣਾਏ ਹੋਏ ਨੇ, ਕੇਵਲ ਅਸ਼ੋਕ ਨੇ ਆਪਣੇ ਦੋਨਾਂ ਬੱਚਿਆਂ ਨੂੰ ਬੁੱਧ ਮਤ ਦੇ ਪ੍ਰਚਾਰਕ ਬਣਾਇਆ। ਉਹਦਾ ਪੋਤੇ ਮਹਿੰਦਰ, ਉਹਦੀ ਧੀ ਦਾ ਨਾਮ ਹੈ ਸੰਘਮਿੱਤਰਾ। ਆਖਿਆ ਮੇਰੇ ਬੱਚਿਓ, ਤੁਸੀਂ ਰਾਜ ਭਾਗ ਨਹੀਂ ਮੰਨਣਾ, ਤੁਸੀਂ ਬੁੱਧ ਮਤ ਦੇ ਪ੍ਰਚਾਰਕ। 80 ਤੇ ਕਈਆਂ ਨੇ 84 ਲਿਖਿਆ, 84,000 ਪ੍ਰਚਾਰਕ ਉਹਨੇ ਬੁੱਧ ਮਤ ਦਾ ਰੱਖਿਆ। ਇੰਨਾ ਪ੍ਰਚਾਰ ਹੋਇਆ, ਕਹਿਣ ਤੋਂ ਭਾਵ ਬਾਦਸ਼ਾਹ ਵੀ ਬੋਧੀ ਬਣ ਗਿਆ, ਥੱਲਿਓ ਇੱਕ ਚਪਰਾਸੀ ਲਈਏ ਉਹ ਵੀ ਬੋਧੀ ਬਣ ਗਿਆ। ਇੰਨਾ ਪ੍ਰਚਾਰ ਸੀ, ਪਰ ਅੱਜ ਬੁੱਧ ਮਤ ਨਜ਼ਰ ਨਹੀਂ ਆਉਂਦਾ ਹਿੰਦੁਸਤਾਨ 'ਚ। ਕਿਉਂ ਨਹੀਂ ਨਜ਼ਰ ਆਉਂਦਾ? ਸਿੱਖਿਆ ਵੇਖੋ ਕਿੱਡੀ ਮਿਲਦੀ ਹੈ ਸਾਨੂੰ। ਉਸੇ ਖਾਨਦਾਨ ਵਿੱਚ ਰਾਜਾ ਕੁਸਾਨ ਹੋਇਆ, ਉਹ ਵਿਰੋਧੀਆਂ ਦੇ ਹੱਥਾਂ 'ਚ ਖੇਡਿਆ। ਜਦੋਂ ਕਿਸੇ ਕੌਮ ਦਾ ਆਗੂ ਵਿਰੋਧੀਆਂ ਦੇ ਹੱਥਾਂ 'ਚ ਖੇਡੇ, ਯਾਦ ਰੱਖਿਓ ਉਹ ਕੌਮ ਕਦੇ ਆਪਦੀ ਹੋਂਦ ਨਹੀਂ ਬਚਾ ਸਕਦੀ, ਉਹ ਕਦੇ ਨਹੀਂ ਬਚਾ ਸਕਦੀ। ਕੁਸਾਨ ਵਿਰੋਧੀਆਂ ਦੇ ਹੱਥਾਂ 'ਚ ਖੇਡ ਗਿਆ ਤੇ ਬ੍ਰਾਹਮਣਵਾਦ ਨੇ ਉਹ ਸਾਰਾ ਹੀ ਬੁੱਧ ਮਤ ਖਾ ਲਿਆ। ਇਹ ਸਿੱਟੇ ਨਿਕਲਦੇ ਨੇ। ਉਥੇ ਅਸ਼ੋਕ ਨੇ ਰਾਜ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਪਏ ਉਸ ਧਰਤੀ ਤੇ। ਭਾਈ ਸਾਲਸ ਰਾਏ ਜੋਹਰੀ ਜੀ ਹੋਣੀ ਤੇ ਉੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਰਿਵਾਰ ਸਮੇਤ ਗਏ ਤੇ ਉੱਥੇ ਮੇਰੇ ਕਲਗੀਆਂ ਵਾਲੇ ਮਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦਾ ਪ੍ਰਕਾਸ਼ ਹੋਇਆ ਏ। ਇੱਕ ਵਿਦਵਾਨ ਨੇ ਲਿਖਿਆ, ਕਹਿੰਦੇ ਬਾਜਾਂ ਵਾਲੇ ਪਾਤਸ਼ਾਹ ਦਾ ਜਿਹੜਾ ਅਵਤਾਰ ਉਹ ਇਮਤਿਹਾਨ ਲੈਣ ਵਾਸਤੇ ਤੇ ਇਮਤਿਹਾਨ ਦੇਣ ਵਾਸਤੇ ਉਹਨਾਂ ਨੇ ਅਵਤਾਰ ਲਿਆ ਸੀ। ਇਮਤਿਹਾਨ ਲਿਆ ਵੀ ਅਨੋਖਾ ਤੇ ਜਿਹੜਾ ਇਮਤਿਹਾਨ ਦਿੱਤਾ ਨਾ ਬਾਜਾਂ ਵਾਲੇ ਮਾਹੀ ਨੇ, ਜਿਹੜਾ ਪਰਚਾ ਉਹਨਾਂ ਨੇ ਆਪਣੇ ਪਰਿਵਾਰ ਤੇ ਆਪਣੇ ਤੇ ਹੀ ਪਾਇਆ, ਤੇ ਮਹਾਰਾਜ ਨੇ ਆਖਿਆ ਸੀ ਇਸ ਪਰਚੇ ਦਾ ਜਦੋਂ ਹੱਲ ਕੱਢਿਆ ਜਾਵੇਗਾ ਤਾਂ ਦੁਨੀਆ ਦੰਗ ਰਹਿ ਜਾਵੇਗੀ। ਦੁਨੀਆ ਦੰਗ ਰਹਿ ਗਈ। ਇੱਕ ਵਾਰ ਸਾਨੂੰ ਸਿੱਖਿਆ ਮਿਲਦੀ ਏ। ਸਿੱਖਿਆ ਸਰਬੰਸਦਾਨੀ ਮਹਾਰਾਜ ਦੇ ਨਾਂ ਦੇ ਨਾਲ ਲੱਗਿਆ। ਇਹ ਐਵੇਂ ਨਹੀਂ ਸ਼ਬਦ ਲੱਗੇ ਸਰਬੰਸਦਾਨੀ। ਉਹ ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜਿਆਂ ਦਾ ਇਤਿਹਾਸ ਪੜੋ, ਤੁਹਾਨੂੰ ਇੱਕ ਗੱਲ ਐਨ ਸਪਸ਼ਟ ਨਾਲ ਤੁਹਾਡੇ ਅੱਗੇ ਆ ਜਾਵੇਗੀ। ਬੱਚੇ ਉਹਨਾਂ ਦੇ ਵੀ ਸੀ, ਉਹਨਾਂ ਨੇ ਪੁੱਤਰ ਪਾਲੇ, ਪੁੱਤਰ ਗੱਭਰੂ ਕੀਤੇ ਤੇ ਤਖਤਾਂ ਤੇ ਬਿਠਾ ਦਿੱਤੇ। ਕਹਿਣ ਤੋਂ ਭਾਵ ਜੇ ਲੜਾਈਆਂ ਯੁੱਧ ਜੰਗ ਕੀਤੇ, ਲੋਕਾਂ ਦੇ ਪੁੱਤ ਮਰਵਾ ਕੇ ਆਪਦੇ ਪੁੱਤਾਂ ਨੂੰ ਰਾਜ ਭਾਗ ਦਿੱਤਾ। ਪਰ ਕਲਗੀਆਂ ਵਾਲੇ ਨੇ ਆਪਣੇ ਪੁੱਤ ਕੁਰਬਾਨ ਕਰਕੇ ਜੇ ਰਾਜ ਭਾਗ ਦੇ ਮਾਲਕ ਬਣਾਇਆ, ਆਪਾਂ ਨੂੰ ਬਣਾਇਆ ਹੈ। ਅੱਜ ਉਸ ਗੁਰੂ ਦੇ ਗੁਣ ਗਾ ਰਹੀ ਹਾਂ। ਰਾਜ ਭਾਗ ਬਣਾਇਆ, ਆਪਾਂ ਨੂੰ ਬਣਾਇਆ ਹੈ। ਇਹ ਵੱਖਰੀ ਗੱਲ ਆ। ਮਹਾਰਾਜ ਕਹਿੰਦੇ ਤੁਸੀਂ ਤਾਂ ਨਿਆਰੇ ਹੋ ਦੁਨੀਆ ਤੋਂ। ਇੱਕ ਤਾਂ ਸਾਡੇ ਵਿੱਚ ਉਹ ਘੁਸਪੈਠ ਕਰ ਗਈਆਂ ਤਾਕਤਾਂ ਜਿਹੜੀਆਂ ਕਹਿੰਦੀਆਂ ਤੁਹਾਨੂੰ ਨਿਆਰੇ ਰਹਿਣ ਨਹੀਂ ਦੇਣਾ। ਅੱਜ ਤੋਂ 10 ਸਾਲ ਪਹਿਲਾਂ ਜਾਂ 5-7 ਸਾਲ ਪਹਿਲਾਂ ਤਾਂ ਗੱਲ ਕਹਿਣੀ ਪੈਂਦੀ ਸੀ ਵੀ ਬਚ ਜਿਓ, ਵੀ ਵੇਖਿਓ ਕਿਤੇ ਉਹ ਰਾਹ ਤੇ ਤੁਰਨਾ ਪਿਓ ਜਿਹੜਾ ਰਾਹ ਮਾੜਾ। ਜਿਹੜੇ ਰਾਹ ਤੇ ਮੁਸਲਮਾਨ ਚੱਲੇ ਸੀ, ਸੀਆ ਤੇ ਸੁੰਨੀ, ਉਹਨਾਂ ਦਾ ਹਾਲ ਵੇਖ ਲਓ ਕੀ ਹੋਇਆ। ਇੱਕ ਦੂਜੇ ਦੇ ਖੂਨ ਦੇ ਪਿਆਸੇ ਨੇ।
ਬਈ ਚੱਲ ਨਾ ਪਿਓ, ਇਹ ਕਹਿੰਦੇ ਸੀ ਨਾ ਪਹਿਲਾਂ, ਹੁਣ ਉਹ ਕਹਿਣ ਦੀ ਲੋੜ ਨਹੀਂ। ਹੁਣ ਅਸੀਂ ਚੱਲ ਰਹੇ ਹਾਂ, ਚੱਲ ਰਹੇ ਹਾਂ। ਸਿੱਖਾਂ ਦੇ ਘਰੇ ਜਨਮ ਲੈ ਕੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੀ ਉਂਗਲਾਂ ਚੁੱਕਣ ਲੱਗ ਗਏ। ਇੱਕ ਕਹਿੰਦਾ ਮਾਂ, ਕਹਿੰਦਾ ਮੈਂ ਪਾਇਲਟ ਬਣਨਾ, ਜਹਾਜ਼ ਚਲਾਇਆ ਕਰਾਂਗਾ। ਉਹ ਕਹਿੰਦੀ ਮੈਨੂੰ ਕਿਵੇਂ ਪਤਾ ਲੱਗੂ? ਕਹਿੰਦਾ ਜਦੋਂ ਘਰ ਤੋਂ ਤੀ ਲੰਘਿਆ ਕਰੂ, ਬੰਬ ਸੁੱਟ ਕੇ ਜਾਇਆ ਕਰੂੰ ਘਰ ਤੋਂ। ਅੱਜ ਸਾਡੇ ਕਈ ਵਿਦਵਾਨ ਤਾਂ ਬਣ ਗਏ, ਪਰ ਸਿੱਖੀ ਦੀਆਂ ਜੜਾਂ ਵੱਢਣ ਲੱਗੇ ਹੋਏ ਨੇ। ਸਿੱਖਾਂ ਦੇ ਘਰ ਜਨਮ ਲੈ ਕੇ ਆਓ। ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਾਨ ਜਿਹੜੀ ਅਦੁੱਤੀ ਦੇਣ ਹੈ ਗੁਰੂ ਕੇ ਪਿਆਰਿਓ, ਉਹ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਸਾਨੂੰ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ। ਤੁਸੀਂ ਸੁਣਿਆ ਹੈ ਬਜ਼ੁਰਗ ਫਕੀਰ ਦੀ ਉਹ ਅਮਰ ਕਥਾ ਸੁਣਦੇ ਆ। ਭੀਖਣ ਸ਼ਾਹ ਆਉਂਦਾ ਆਪਣੇ ਚੇਲਿਆਂ ਮੁਰੀਦਾਂ ਦੇ ਨਾਲ। ਮਾਤਾ ਨਾਨਕੀ ਜੀ ਡਿਉੜੀ 'ਚ ਬੈਠੇ ਸਨ, ਕੋਲੇ ਪਤਾਸੇ ਪਏ ਨੇ। ਕਹਿੰਦੇ ਜਿਹਨੇ ਵੀ ਵਧਾਈ ਦਿੱਤੀ ਆ ਕੇ ਬੁੱਕ ਪਤਾਸਿਆਂ ਦਾ ਭਰਿਆ ਉਹਦੀ ਝੋਲੀ 'ਚ ਪਾਉਂਦੇ ਨੇ। ਜਦੋਂ ਫਕੀਰ ਅੱਗੇ ਹੋਇਆ, ਉਹਦੀ ਝੋਲੀ 'ਚ ਪਤਾਸੇ ਪਾਉਣ ਲੱਗੇ ਮਾਤਾ ਜੀ। ਉਹ ਕਹਿੰਦਾ ਜੀ ਮੈਂ ਪਤਾਸੇ ਤਾਂ ਨਹੀਂ ਲੈਣ ਆਇਆ। ਮਾਮਾ ਕਿਰਪਾਲ ਚੰਦ ਜੀ ਕੋਲ ਹੀ ਖੜੇ ਨਹੀਂ। ਮਾਮਾ ਜੀ ਨੂੰ ਇਸ਼ਾਰਾ ਹੋਇਆ ਵੀ ਵਸਤਰ ਲਿਆਓ। ਵਸਤਰ ਅੱਗੇ ਕਰ ਦਿੱਤੇ। ਫਕੀਰ ਨੇ ਫਿਰ ਇਨਕਾਰ ਕੀਤਾ। ਉੱਤੇ ਰੁਪਈਏ ਵੀ ਧਰੇ। ਫਕੀਰ ਕਹਿੰਦਾ ਨਹੀਂ। ਮਾਮਾ ਜੀ ਕੋਲ ਹੀ ਬਹਿ ਗਏ। ਫਕੀਰ ਜੀ ਫਿਰ ਲੈਣ ਕੀ ਆਏ ਹੋ? ਭੀਖਣ ਸ਼ਾਹ ਕਹਿੰਦਾ ਮਾਮਾ ਜੀ ਮੈਂ ਦਰਸ਼ਨ ਦੀਦਾਰ ਕਰਨਾ ਆ। ਕਹਿੰਦੇ ਗੁਰੂ ਤੇਗ ਬਹਾਦਰ ਜੀ ਤਾਂ ਅਸਾਮ ਗਏ ਹੋਏ ਨਹੀਂ। ਮਹਾਰਾਜ ਉਦੋਂ ਅਸਾਮ ਦੇ ਵਿੱਚ ਸੀ। ਵਿਦਵਾਨ ਕਹਿੰਦੇ ਨੇ ਧੋਬੜੀ ਸਾਹਿਬ ਦਾ ਪਵਿੱਤਰ ਅਸਥਾਨ ਹੈ, ਜਿੱਥੇ ਦੋ ਰਾਜਿਆਂ ਦੀ ਲੜਾਈ ਦਿਨੋਂ ਦਿਨ ਵੱਧਦੀ ਗਈ। ਰਾਜਾ ਚੱਕਰ ਧਵਜ ਅਤੇ ਰਾਜਾ ਰਾਮ ਸਿੰਘ ਔਰੰਗਜ਼ੇਬ ਦਾ ਘੱਲਿਆ ਹੋਇਆ। ਉਹ ਲੜਾਈ ਰੁਕਣ ਦਾ ਨਾਂ ਨਾ ਲਵੇ। ਮਹਾਰਾਜ ਨੇ ਬਿਠਾਲ ਕੇ ਉੱਥੇ ਕਹਿੰਦੇ ਲੜੋ ਨਾ, ਲੜਾਈਆਂ ਦੇਸ਼ ਲਈ ਮਾੜੀਆਂ ਹੁੰਦੀਆਂ ਨੇ। ਉਹਨਾਂ ਦੀ ਸੁਲ੍ਹਾ ਕਰਵਾਈ। ਗੁਰੂ ਕੇ ਪਿਆਰਿਓ ਮਹਾਰਾਜ ਅਸਾਮ 'ਚ ਨੇ। ਮਾਮਾ ਜੀ ਕਹਿੰਦੇ ਗੁਰੂ ਮਹਾਰਾਜ ਤਾਂ ਅਸਾਮ 'ਚ ਨੇ। ਕਹਿੰਦਾ ਮੈਂ ਉਸ ਬਾਲਕ ਦੇ ਦਰਸ਼ਨ ਦੀਦਾਰ ਕਰਨੇ ਨੇ ਜਿਹਦਾ ਪ੍ਰਕਾਸ਼ ਹੋਇਆ। ਮਾਤਾ ਨਾਨਕੀ ਜੀ ਨੂੰ ਪਤਾ ਲੱਗਿਆ। ਉਹ ਕਹਿੰਦੇ ਨਹੀਂ, ਜਿੰਨਾ ਚਿਰ ਗੁਰੂ ਪਿਤਾ ਜੀ ਨਹੀਂ ਆਉਂਦੇ। ਇੱਕ ਹੁੰਦੀ ਆ ਜ਼ਿੱਦ, ਇੱਕ ਹੁੰਦਾ ਸਿਦਕ। ਜ਼ਿੱਦ ਆ ਜਿਹੜੀ ਉਹ ਮਾੜੇ ਕੰਮ ਲਈ ਵੀ ਅਸੀਂ ਕਰ ਸਕਦੇ ਹਾਂ। ਜਿਹੜਾ ਸਿਦਕ ਹੁੰਦਾ ਆ, 1 ਸਾਲ ਤੋਂ ਸਿਦਕ ਪਾਲਿਆ ਕਿਸਾਨਾਂ ਨੇ, ਆਪਦੇ ਹੱਕਾਂ ਲਈ ਹੁੰਦਾ। ਸਿਦਕ ਹੁੰਦਾ ਸੱਚ ਦੇ ਲਈ ਹੁੰਦਾ। ਸਿਦਕ ਹੁੰਦਾ ਆਪਦੇ ਧਰਮ ਦੇ ਲਈ ਹੁੰਦਾ ਹੈ। ਉੱਥੇ ਸਿਦਕ ਪਾਲਿਆ ਬਹਿ ਕੇ 1 ਸਾਲ ਹੈ। ਗੁਰੂ ਕੇ ਪਿਆਰਿਓ ਮਾਮਾ ਜੀ ਕਹਿੰਦੇ ਫਕੀਰ ਜੀ ਜ਼ਿੱਦ ਨਾ ਕਰੋ, ਪ੍ਰਸ਼ਾਦਾ ਛਕ ਲਓ। ਜਦੋਂ ਗੁਰੂ ਮਹਾਰਾਜ ਆਉਣਗੇ ਉਦੋਂ ਤੁਸੀਂ ਦਰਸ਼ਨ ਦੀਦਾਰ ਕਰ ਲੈਣਾ। ਮਾਮਾ ਜੀ ਨੂੰ ਹੱਥ ਜੋੜ ਕੇ ਭੀਖਣ ਸ਼ਾਹ ਕਹਿੰਦਾ ਮਾਮਾ ਜੀ ਇਹ ਮੇਰੀ ਜ਼ਿੱਦ ਨਹੀਂ, ਮੇਰੀ ਸ਼ਰਧਾ, ਮੇਰਾ ਸਿਦਕਾ। ਮੈਂ ਤਾਂ ਜਦੋਂ ਚਰਨ ਪਾਏ ਸੀ ਇਹ ਧਰਤੀ ਤੇ ਮਨ ਵਿੱਚ ਹੀ ਸੋਚ ਲਿਆ ਸੀ ਮੈਂ ਕੁਝ ਛਕਾਂਗਾ ਨਹੀਂ। ਪਰ ਗੁਰੂ ਕੇ ਪਿਆਰਿਓ ਸਿਦਕ ਜਿੱਤ ਗਿਆ। ਜਦੋਂ ਤੀਸਰੇ ਦਿਨ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਦੀਦਾਰ ਹੋਏ ਨਾ ਭੀਖਣ ਸ਼ਾਹ ਨੂੰ, ਭਾਈ ਵੀਰ ਸਿੰਘ ਜੀ ਨੇ ਸ਼ਬਦਾਵਲੀ ਲਿਖੀ। ਕਹਿੰਦੇ ਵਾਗੋ ਵਾਗ ਹੋ ਗਿਆ, ਆਨੰਦ ਦੇ ਵਿੱਚ ਆ ਗਿਆ ਭੀਖਣ ਸ਼ਾਹ। ਉਹਨੇ ਹੁਣ ਮਨ ਦੇ ਵਿੱਚ ਇੱਕ ਸ਼ੰਕਾ ਸੀ, ਇਹ ਬਾਲਕ ਕਿਸ ਦੀ ਗੱਲ ਕਰੇਗਾ। ਲੋ ਇਥੋਂ ਗੁਰੂ ਕੇ ਪਿਆਰਿਓ ਸਾਨੂੰ ਗੁਰੂ ਨਾਨਕ ਦੇ ਦਰ ਦਾ ਜਿਹੜਾ ਸਿਧਾਂਤ ਆ ਉਹ ਸਾਫ਼ ਵਾਰ-ਵਾਰ ਪਤਾ ਲੱਗਦਾ ਵੀ ਸਾਡੀ ਜਿਹੜੀ ਗਲਬਕੜੀ ਆ ਨਾ ਉਹ ਸਾਰਿਆਂ ਵਾਸਤੇ ਹੀ ਆ। ਹੁਣ ਆਪਾਂ ਮਹਾਮਾਰੀ ਦੇ ਵਿੱਚੋਂ ਲੰਘ ਰਹੇ ਆ। ਫਿਰ ਕਰੋਨੇ ਨੇ ਓਮੀਕਰੋਨ ਨੇ ਦਸਤਕ ਦਿੱਤੀ ਏ। ਉਦੋਂ ਪਹਿਲਾਂ ਵੀ ਤੁਸੀਂ ਇਸ ਗੁਰੂ ਘਰ ਤੋਂ ਹੀ ਗੁਰੂ ਕੇ ਲੰਗਰ ਚਲਾਏ ਹੋਣਗੇ। ਤੁਸੀਂ ਇਸ ਗੁਰੂ ਘਰ ਤੋਂ ਹੀ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹੋਣਗੀਆਂ। ਆ ਪਿਛਲੇ 2 ਸਾਲਾਂ ਦੇ ਵਿੱਚ ਚਾਹੇ ਕੈਨੇਡਾ ਹੋਵੇ, ਅਮਰੀਕਾ ਹੋਵੇ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਕਿਹੜੀ ਪਾਰਲੀਮੈਂਟ ਆ ਜਿੱਥੇ ਤੁਹਾਡੀ ਗੱਲ ਨਹੀਂ ਹੋਈ। ਉੱਥੇ ਇਹ ਗੱਲ ਆਖੀ ਇਹ ਕੌਮ ਹੈ ਜਿਹੜੀ ਲੋੜਵੰਦਾਂ ਦੇ ਲਈ ਅੱਗੇ ਆਉਂਦੀ ਏ। ਇਹ ਬਿਨਾਂ ਵਿਤਕਰਿਓ, ਬਿਨਾਂ ਰੰਗ ਰੂਪ ਵੇਖਿਆ ਇਹ ਮਦਦ ਕਰਦੇ ਨੇ। ਇਹ ਬੋਲ ਆਖੇ ਨੇ ਭੀਖਣ ਸ਼ਾਹ ਨੇ। 2 ਕੁੱਜੀਆਂ ਅੱਗੇ ਕਰਕੇ ਉਹ ਦ੍ਰਿਸ਼, ਉਹ ਸੀਨ, ਉਹ ਨਜ਼ਾਰਾ, ਉਹ ਝਾਕੀ ਸੁਣਿਓ। ਬਾਹਾਂ ਉੱਚੀਆਂ ਕਰਕੇ ਉਹ ਸ਼ਰਧਾਵਾਨ ਜੋ ਫਕੀਰ ਬੋਲ ਰਿਹਾ ਢਾਡੀ ਜੱਥਾ ਪਮਾਲ ਦਾ ਗਾ ਕੇ ਇਹ ਪੇਸ਼ ਕਰ।
जिस वेले औरंगजेब ने फड़ ले बड़े चाले, पटने दे विच प्रगट होए गुरु कलगियां वाले, पटने दे विच प्रगट होए गुरु कलगियां वाले। ओ भुल्लियां नूं सिद्धे राह पाउणा, भरम दिलां चों हटना, हिंदू मुसलमान दे सांझे नास जुल्म दा करना, हिंदू मुसलमान दे सांझे नास जुल्म दा करना। शंका करी मुरीदां ने सी करदे क्यों सलामा, अगों भीखम शाह समझावे खास इलाही जामा, अगों भीखम शाह समझावे खास इलाही जामा। हाँ कर लो दर्शन नूर खुदा दा जे पन सागर धरना, हिंदू मुसलमान दे सांझे नास जुल्म दा करना, हिंदू मुसलमान दे सांझे नास जुल्म दा करना। सूरत शक्ल नूरानी विचों ज्योति लाई दिसदी, कहण मरीद पीर दे ताई मदद करेगा किसदी, कहण मरीद पीर दे ताई मदद करेगा किसदी। ओ भीखण शाह दा गुज्जियां लैके हथ कणी दा धरना, हिंदू मुसलमान दे सांझे ना जुल्म दा करना, हिंदू मुसलमान दे सांझे ना जुल्म दा करना। हथ दोहां ते धरे दिलां चों सांसे भरम मटाउंदे, पीर मोमना गुरु हिंदुआ असल भेद समझाउंदे, पीर मोमना गुरु हिंदुआ असल भेद समझाउंदे। हाँ नेक दिलां दा पक्ष पूरना, दुखियां दा दुख हरना, हिंदू मुसलमान दे सांझे नास जुल्म दा करना, हिंदू मुसलमान दे सांझे नास जुल्म दा करना। मजलूमां दी राखी खातिर चमकू ते गुफलादी, जुल्म राज नूं जड़ों पुट्टना गल लाउणे फरियादी, जुल्म राज नूं जड़ों पुट्टना गल लाउणे फरियादी। हाँ धर्म रखिया शुभ कर्मा तो नहीं कदे भी डरना, हिंदू मुसलमान दे सांझे ना जुल्म दा करना, हिंदू मुसलमान दे सांझे ना जुल्म दा करना। जाबर हाकम जुल्म कमाउंदे बन खुदाई दावे, हानि धर्म कर्म दी होवे वाड़ खेत नू खावे, हानि धर्म कर्म दी होवे वाड़ खेत नू खावे। हो कितना ताई शेर बनाउना जो शान खुदा भरना, हिंदू मुसलमान दे सांझे ना जुल्म दा करना, हिंदू मुसलमान दे सांझे ना जुल्म दा करना। जत्थेबंद लोकां नूं करना ला एके दा नारा, छूत छात नूं नहीं मनना खालसा पंथ न्यारा, छूत छात नूं नहीं मनना खालसा पंथ न्यारा। हाँ एवें नहीं डराउना कोई नहीं किसे तो डरना, हिंदू मुसलमान दे सांझे ना जुल्म दा करना, हिंदू
नहीं सवाल मजहब दा कोई धर्म रखिया करनी मिटिया परम मरीदां दा सीस नवाउंदे चरनी मिटिया परम मरीदां दा सीस नवाउंदे चरनी ओ देश नहीं बलवंत गुरां ने दुखां नूं सरजरना हिंदू मुसलमान दे सांझे ना जुल्म दा करना हिंदू मुसलमान दे सांझे ना जुल्म दा करना हिंदू मुसलमान दे सांझे ना जुल्म दा करना। फकीर भीखन शाह ने आखिया ये जेड़े बालक ने ये गुरु नानक दी गद्दी दे 10वें रूप बन के पर होणगे सब दे सांझे। मैं नौ लेने नहीं सारे सत्कारयोग नहीं पर एक फर्क रहा वो सब दे सांझे ना बन सके। भगवान रामचंद्र जी आए पर सब दे सांझे नहीं बन सके। भगवान कृष्ण जी आए हजरत मुहम्मद साहब जी आए महात्मा बुद्ध जी आए ईसा आया सब दे सांझे नहीं बन सके। धन गुरु नानक देव जी महाराज आए। अर्नोल्ड एक कवि होया लेखक होया अंग्रेज उन्हें महात्मा बुद्ध ते एक पुस्तक लिखी उन्हें काव्य रचना दे विच उहदी उस्तत कीती। काव्य उहदा जीवन जिहड़ा सी काव्य रचना दे विच लिख रहा है। दो तरह की लिखनी है एक वार्तक एक काव्य रचना दे विच। ਉਹ ਜਦੋਂ पूरी हो गई उन्हें नौ रखता द लाइट ऑफ एशिया भी एशिया के चानण ने। हजरत मुहम्मद साहब नूं अरब के चानण ईसा नूं यूरोप के चानण कह के पुकारिया गया। पर धन गुरु नानक देव जी महाराज नूं वेखो भाई गुरदास जी की बोल सतगुर नानक प्रगटिया मिटी धुंध जग चानण हो। जग दे चानण जे बने गुरु नानक देव जी महाराज बने जे सब दे सांझे बने सतगुरु गुरु नानक देव जी महाराज बने। ये गुरु नानक दी गुरता गद्दी दे वारस बनणगे। भीखन शाह ने आख्या एक न्यारा पंथ आ जो पंथ बैठा है ये दुनिया दे विच पैदा करनगे। फिर गुरु के प्यारिओ 6.5 साल पटना साहब की धरती ते महाराज दे चोज हुए ने। ज्यों ज्यों महाराज वड्डे हुए रहीम बख्श करीम बख्श उथों दे जिहड़े भरा ने नवाब रहीम बख्श करीम बख्श वो ऐसे भौरे बने कलगियां वाले पातशाह जी दे। उन्होंने गुरु दे नां ते बाग लवाया। शिवदत्त पंडित वो जदों गंगा दे किनारे बहिंदा ਉਹਦੇ मन की तीव्रता ਉਹਦੇ मन की इच्छा यह है भी मैनू भगवान दे दर्शन क्यों नहीं हुंदे। उम्र वडेरी हुंदी जांदी है दर्शन तो होण। वो दर्शनां नूं तरसदा सी। जे किसे दी भावना पूरी करदा मेरा गुरु करदा पर साडे अंदर प्रीत चाहिदी है साडे अंदर शरधा चाहिदी है तर्क नहीं चाहिदा साडे अंदर। चरण शरण गुर एक पहंडा जाए चल सतगुर कोट पहंडा आगे हुई लीत है। कहंदे खड़ के सामने शिवदत्त पंडित दे आखे असी प्यारिओ करो दर्शन असी आ गए हां। पर जदों भगवान दा झलकारा पिया उठ नहीं होया शिवदत्त पंडित तो। फिर उथे बैठा चौंकड़े च ही बैठा चरना ते गुरु महाराज जी ते नमस्कार कर रहा है। बंदे कोले उच्च अहुदा होवे इहदी जमीन जायदाद तकड़ी होवे सुनियो प्यार दे नाल उच्च अहुदा होवे जमीन जायदाद तकड़ी होवे जैजाकार हुंदी होवे इहदी उस्तत हुंदी होवे पर एक चीज ना जे होवे घर दे विच ਉਹ घर ਭਾਂ ਭਾਂ करदा ਉਹ बेड़ा इनू चंगा नहीं लगता। ਉਹ चौंका चुल्हा जिन्हों हुण आपां किते रसोई आखदे आ ਇਹ ਉਹਨੂੰ ਵੇਖ ਕੇ ਇਹ अंदरों डोल जाता। खास करके ਇਹ ਜਿਹੜੀ घाट आ ਇਹ बीबियां दी जिंदगी नूं बड़ा उथल पुथल करदी है ਜਿਹੜੀ औलाद दी घाट है। उदों कहंदे उस समय जेड़ा पटने की धरती ते वसन वाला ही आपां गुरु के प्यारिओ सतगुरु महाराज जी दे गुण गा रहे हैं। राजा फतेह चंद मैनी उहदे घर दे इह हालात ने। उहदी पटरानी आ जिहड़ी ओ बस आ गल ते झूरदी ए
ਵੀ ਮੈਨੂੰ ਮਾਂ ਕਹਿਣ ਵਾਲਾ ਕਿਉਂ ਨਹੀਂ ਦਿੱਤਾ। ਰੱਬਾ ਮੇਰੇ ਤੋਂ ਕੋਈ ਪਾਪ ਹੋ ਗਿਆ ਸੀ, ਮੇਰੀ ਕੁੱਖੋਂ ਬੱਚੇ ਨੇ ਜਨਮ ਕਿਉਂ ਨਹੀਂ ਲਿਆ, ਮੈਂ ਕਿਉਂ ਅਧੂਰੀ ਆ। ਬੀਬੀ ਸਮਝਦੀ ਆ ਮੈਂ ਉਦਣ ਪੂਰੀ ਹੋਵਾਂਗੀ ਜਿੱਦਣ ਬੱਚੇ ਨੂੰ ਜਨਮ ਦੇਵਾਂਗੀ। ਫਿਰ ਬੱਚੇ ਦੀ ਘਾਟ ਕੀ ਨਹੀਂ ਕਰਵਾਉਂਦੀ। ਵਿਆਹ ਹੋਇਆ ਨੂੰ 1-2 ਸਾਲ ਲੰਘਦੇ ਆ, ਬੜੇ ਓੜ-ਓੜ ਕਰਨੇ ਪੈਂਦੇ ਨੇ। ਇਹ ਕੁਦਰਤੀ ਗੱਲ ਹੈ। ਸੁਣੋ ਪਿਆਰ ਦੇ ਨਾਲ ਮੇਰੇ ਗੁਰੂ ਦੀਆਂ ਵਡਿਆਈਆਂ, ਮੇਰੇ ਗੁਰੂ ਦੀ ਉਸਤਤ, ਮੇਰੇ ਕਲਗੀਆਂ ਵਾਲੇ ਪ੍ਰੀਤਮ ਜੀ ਦਾ ਜਸ, ਕਿਵੇਂ ਮਹਾਰਾਜ ਉਹਨਾਂ ਅਰਦਾਸ ਕਰਨ ਵਾਲੇ ਪ੍ਰੇਮੀਆਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ। ਉਧਰ ਰਾਜਾ ਫਤਿਹ ਚੰਦ ਮੈਣੀ ਦੀ ਪਟਰਾਣੀ ਜਿਹੜੀ ਆਹ ਸੋਚਾਂ ਦੇ ਸਮੁੰਦਰ ਵਿੱਚ ਡੁੱਬੀ ਹੋਈ ਗੋਤੇ ਖਾ ਰਹੀ ਹੈ, ਢਾਡੀ ਜੱਥਾ ਪਮਾਲ ਦਾ ਇਉਂ ਪੇਸ਼ ਕਰ। ਮੇਰੇ ਠੰਡ ਕਾਲਜੇ ਪੈ ਜਾਵੇ, ਠੰਡ ਕਾਲਜੇ ਪੈ ਜਾਵੇ, ਕੋਈ ਮਾਂ ਜੀ ਆਖ ਬੁਲਾਵੇ। ਮੇਰੇ ਠੰਡ ਕਾਲਜੇ ਪੈ ਜਾਵੇ, ਕੋਈ ਮਾਂ ਜੀ ਆਖ ਬੁਲਾਵੇ। ਠੰਡ ਕਾਲਜੇ ਪੈ ਜਾਵੇ, ਕੋਈ ਮਾਂ ਜੀ ਆਖ ਬੁਲਾਵੇ। ਉੱਚੇ ਉੱਚੇ ਮਹਿਲ ਮਨਾਰੇ, ਹਰ ਇੱਕ ਚੀਜ਼ ਦੇ ਨਾਲ ਸ਼ਿੰਗਾਰੇ। ਹਾਂ ਉੱਚੇ ਉੱਚੇ ਮਹਿਲ ਮਨਾਰੇ, ਹਰ ਇੱਕ ਚੀਜ਼ ਦੇ ਨਾਲ ਸ਼ਿੰਗਾਰੇ। ਉੱਚੇ ਉੱਚੇ ਮਹਿਲ ਮਨਾਰੇ, ਹਰ ਇੱਕ ਚੀਜ਼ ਦੇ ਨਾਲ ਸ਼ਿੰਗਾਰੇ। ਉੱਚੇ ਉੱਚੇ ਮਹਿਲ ਮਨਾਰੇ, ਹਰ ਇੱਕ ਚੀਜ਼ ਦੇ ਨਾਲ ਸ਼ਿੰਗਾਰੇ। ਪਰ ਚੈਨ ਪਰ ਚੈਨ ਪਰ ਚੈਨ ਮਨ ਨੂੰ ਆਵੇ, ਮੇਰੇ ਠੰਡ ਕਾਲਜੇ ਪੈ ਜਾਵੇ, ਕੋਈ ਮਾਂ ਜੀ ਆਖ ਬੁਲਾਵੇ। ਠੰਡ ਕਾਲਜੇ ਪੈ ਜਾਵੇ, ਕੋਈ ਮਾਂ ਜੀ ਆਖ ਬੁਲਾਵੇ। वैद हकीम सवार ना सके, जंतर मंतर कर कर थके। हाँ वैद हकीम सवार ना सके, जंतर मंतर कर कर थके। वैद हकीम सवार ना सके, जंतर मंतर कर कर थके। वैद हकीम सवार ना सके, जंतर मंतर कर कर थके। कोई तीरज कोई तीरज कोई तीर जान बनावे, मेरे ठंड कालजे पै जावे, कोई मां जी आख बुलावे। ठंड कालजे पै जावे, कोई मां जी आख बुलावे। ਢੱਡ ਦਾ ਦੁੱਖ ਬੁਰਾ ਹੈ ਹੁੰਦਾ, ਬੁੱਤ ਬਣ ਜਾਂਦਾ ਜਾਂਦਾ ਬੰਦਾ। ਉਹ ਢੱਡ ਦਾ ਦੁੱਖ ਬੁਰਾ ਹੈ ਹੁੰਦਾ, ਬੁੱਤ ਬਣ ਜਾਂਦਾ ਜਾਂਦਾ ਬੰਦਾ। ਢੱਡ ਦਾ ਦੁੱਖ ਬੁਰਾ ਹੈ ਹੁੰਦਾ, ਬੁੱਤ ਬਣ ਜਾਂਦਾ ਜਾਂਦਾ ਬੰਦਾ। ਉਹ ਢੱਡ ਦਾ ਦੁੱਖ ਬੁਰਾ ਹੈ ਹੁੰਦਾ, ਬੁੱਤ ਬਣ ਜਾਂਦਾ ਜਾਂਦਾ ਬੰਦਾ। ਹੋਰ ਕੁਝ ਵੀ ਹੋਰ ਕੁਝ ਵੀ ਹੋਰ ਕੁਝ ਵੀ ਸੋਚ ਨਾ ਪਾਵੇ, ਮੇਰੇ ਠੰਡ ਕਾਲਜੇ ਪੈ ਜਾਵੇ, ਕੋਈ ਮਾਂ ਜੀ ਆਖ ਬੁਲਾਵੇ। ਠੰਡ ਕਾਲਜੇ ਪੈ ਜਾਵੇ, ਕੋਈ ਮਾਂ ਜੀ ਆਖ ਬੁਲਾਵੇ।
ਜੱਗ ਵਿੱਚ ਉਤਰੇ ਜੋ ਕਹਾਉਂਦੇ ਰਿਸ਼ ਪਾਲਿਓ ਦੁੱਖ ਨੇ ਪਾਉਂਦੇ। ਹਾਂ ਜੱਗ ਵਿੱਚ ਉਤਰੇ ਜੋ ਕਹਾਉਂਦੇ ਰਿਸ਼ ਪਾਲਿਓ ਦੁੱਖ ਨੇ ਪਾਉਂਦੇ। ਜੱਗ ਵਿੱਚ ਉਤਰੇ ਜੋ ਕਹਾਉਂਦੇ ਰਿਸ਼ ਪਾਲਿਓ ਦੁੱਖ ਨੇ ਪਾਉਂਦੇ। ਹੋ ਜੱਗ ਵਿੱਚ ਉਤਰੇ ਜੋ ਕਹਾਉਂਦੇ ਰਿਸ਼ ਪਾਲਿਓ ਦੁੱਖ ਨਾ ਪਾਉਂਦੇ। ਇਹ ਦੁਨੀਆ ਇਹ ਦੁਨੀਆ ਬੁਰਾ ਮਨਾਵੇ ਮੇਰੇ ਠੰਡ ਕਾਲਜੇ ਪੈ ਜਾਵੇ ਕੋਈ ਮਾਂ ਜੀ ਆਖ ਬੁਲਾਵੇ। ਠੰਡ ਕਾਲਜੇ ਪੈ ਜਾਵੇ ਕੋਈ ਮਾਂ ਜੀ ਆਖ ਬੁਲਾਵੇ। ਠੰਡ ਕਾਲਜੇ ਪੈ ਜਾਵੇ ਕੋਈ ਮਾਂ ਜੀ ਆਖ ਬੁਲਾਵੇ। ਜਿਹੜੀ ਰਾਣੀ ਇਹ ਸੁਣਨਾ ਚਾਹੁੰਦੀ ਹੈ ਕੋਈ ਮੈਨੂੰ ਮਾਂ ਕਹਿਣ ਵਾਲਾ ਹੋਵੇ। ਇਹ ਮੇਰੇ ਕਲਗੀਆਂ ਵਾਲੇ ਪ੍ਰੀਤਮ ਨੇ ਕਹਿੰਦੇ ਸਾਥੀਆਂ ਨਾਲ ਗਏ ਸੀ ਗੋਦ ਚ ਬਹਿ ਕੇ ਆਖਿਆ ਸੀ ਲੈ ਮਾਂ ਮੈਂ ਆ ਗਿਆ ਹਾਂ। ਉਹ ਰਾਣੀ ਦੇ ਕਾਲਜੇ ਠੰਡ ਪਾ ਦਿੱਤੀ। ਛੋਲੇ ਪੂਰੀਆਂ ਦਾ ਲੰਗਰ ਉਦੋਂ ਮਹਾਰਾਜ ਨੇ ਛਕਿਆ ਅੱਜ ਗੁਰੂ ਕੀਆਂ ਸੰਗਤਾਂ ਛਕਦੀਆਂ ਨੇ। ਗੁਰੂ ਦੇ ਜਿੱਥੇ ਚਰਨ ਪੈਂਦੇ ਨੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ ਰਾਮ ਰਾਜੇ। ਵੇਖੋ ਗੁਰੂ ਭਾਵਨਾ ਕਿਵੇਂ ਪੂਰੀਆਂ ਕਰਦਾ ਏ। ਜਿੱਥੇ ਗੁਰੂ ਦੇ ਚਰਨ ਪੈਂਦੇ ਨੇ ਉਹ ਧਰਤੀ ਪਵਿੱਤਰ ਹੈ। ਲੋਕੀ ਉੱਥੇ ਜਾਂਦੇ ਨੇ ਉੱਥੋਂ ਦੀ ਮਿੱਟੀ ਨੂੰ ਚੁੱਕ ਕੇ ਮਸਤਕ ਨਾਲ ਲਾਉਂਦੇ ਨੇ। ਕਲਗੀਆਂ ਵਾਲੇ ਪਾਤਸ਼ਾਹ ਆ ਗਿਆ ਬੁਲਾਵਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਟਨੇ ਤੋਂ ਹੁੰਦੇ ਹੋਏ ਜਦੋਂ ਪੰਜਾਬ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਤੇ ਆਏ ਸੀ ਨਾ ਨਾਂ ਰੱਖਿਆ ਸੀ ਮਹਾਰਾਜ ਨੇ ਗੋਬਿੰਦ ਰਾਏ। ਤੇ ਇੱਥੋਂ ਬੁਲਾਵਾ ਘੱਲਿਆ ਵੀ ਹੁਣ ਪੂਰਾ ਪਰਿਵਾਰ ਪਟਨੇ ਨੂੰ ਛੱਡ ਕੇ ਅਨੰਦਪੁਰ ਸਾਹਿਬ ਆ ਜਾਓ। ਜਦੋਂ ਗੱਲ ਵਿਛੋੜੇ ਦੀ ਆਈ ਵੀ ਪਟਨੇ ਦੇ ਵਿੱਚੋਂ ਮਹਾਰਾਜ ਨੇ ਜਾਣਾ ਪਰਿਵਾਰ ਸਮੇਤ ਸਭ ਤੋਂ ਵੱਧ ਦੁੱਖ ਉਹਨਾਂ ਦੇ ਸਾਥੀਆਂ ਨੂੰ ਹਾਣੀਆਂ ਨੂੰ ਹੋਇਆ। ਉਹ ਤਾਂ ਪਾਲਕੀ ਫੜ ਕੇ ਜਿਹੜੀ ਢਾਕੇ ਦੀ ਸਿੱਖ ਸੰਗਤ ਲੈ ਕੇ ਆਈ ਜਿਹਨੂੰ ਸਾਰੀ ਨੂੰ ਸੋਨਾ ਲੱਗਿਆ ਹੋਇਆ ਸੀ ਜਿਹਦੇ ਵਿੱਚ ਬਹਿ ਕੇ ਮਹਾਰਾਜ ਨੇ ਜਾਣਾ ਸੀ। ਸੇਵਾਦਾਰਾਂ ਨੇ ਉਹ ਪਾਲਕੀ ਚੁੱਕਣੀ ਹੈ। ਕਹਿੰਦੇ ਗੁਰੂ ਕੇ ਪਿਆਰਿਓ ਸਾਥੀ ਹਾਣੀ ਅੱਖਾਂ ਭਰ ਲੀਆਂ। ਮਹਾਰਾਜ ਕਹਿੰਦੇ ਰੋ ਕੇ ਵਿਦਾ ਨਾ ਕਰੋ ਹੱਸ ਕੇ ਤੋਰੋ ਤੁਹਾਡਾ ਪਿਆਰ ਕਦੇ ਭੁੱਲ ਨਹੀਂ ਸਕਦੇ। ਪਟਨੇ ਦੀ ਸੰਗਤ ਦਾ ਪਿਆਰ ਅਸੀਂ ਦਿਲ ਦੀ ਪੋਟਰੀ ਚ ਬੰਦ ਕਰਕੇ ਲਿਜਾ ਰਹੇ ਹਾਂ। ਜਾ ਕੇ ਦੱਸਾਂਗੇ ਪੰਜਾਬ ਦੇ ਵਿੱਚ ਇੰਨਾ ਪਿਆਰ ਮਿਲਿਆ ਹੈ। ਮਹਾਰਾਜ ਨੇ ਸਭਰਿਆਂ ਨੂੰ ਸ਼ਿਵਦੱਤ ਪੰਡਤ ਰਾਜਾ ਫਤਿਹ ਚੰਦ ਮੈਣੀ ਉਹਦੀ ਪਟਰਾਣੀ ਨਵਾਬ ਖੜੇ ਨੇ ਦੋਨੋਂ ਹੀ ਗੁਰੂ ਕੇ ਪਿਆਰੇ ਰਹੀਮ ਬਖਸ਼ ਕਰੀਮ ਬਖਸ਼ ਸਾਰੇ ਸੰਗਤ ਹੋਰ ਵੀ ਗੁਰੂ ਕੇ ਪਿਆਰੇ ਉਹਨਾਂ ਨੂੰ ਸਾਰਿਆਂ ਨੂੰ ਮਹਾਰਾਜ ਆਖਰੀ ਦਰਸ਼ਨਦਾਰ ਦਿੰਦੇ ਹੋਏ ਅੱਗੇ ਵਧੇ। ਪਹਿਲਾ ਪੜਾ ਦਾਨਾਪੁਰ ਕੀਤਾ। ਮਾਤਾ ਜਸਨੀ ਆਈ ਅੱਗੇ ਉਹਨੇ ਹਾਂਡੀ ਦੇ ਵਿੱਚ ਖਿਚੜੀ ਤਿਆਰ ਕੀਤੀ ਉਹ ਛਕਾਈ। ਉਹਦਾ ਘਰ ਵੇਖੋ ਅੱਜ ਸੰਗਤਾਂ ਦੇ ਲਈ ਗੁਰ ਅਸਥਾਨ ਹੈ। ਮਾਤਾ ਜਸਨੀ ਦਾ ਘਰ ਹੈ ਜੋ ਕਿਉਂਕਿ ਮਹਾਰਾਜ ਰੁਕੇ ਨਹੀਂ ਉੱਥੇ। ਪੜਾ ਬਰ ਪੜਾ ਮਹਾਰਾਜ ਅੱਗੇ ਵਧਦੇ ਗਏ। ਰਾਜਸੀ ਜਿਹੜੇ ਹਾਲਾਤ ਸੀ ਔਰੰਗਜ਼ੇਬ ਦਾ ਰਾਜ ਉਹਦਾ ਜਿਹੜਾ ਜ਼ੁਲਮ ਅਤਿਆਚਾਰ ਵੱਧ ਗਿਆ। ਵੇਖੋ ਇਹ ਜਿਹੜਾ ਜ਼ੁਲਮ ਅਤਿਆਚਾਰ ਆ ਜਾਂ ਤਾਂ ਜਿਹੜੀਆਂ ਲਹਿਰਾਂ ਉੱਠਦੀਆਂ ਨੇ ਜਿਹੜੇ ਸੰਘਰਸ਼ ਪੈਦਾ ਹੁੰਦੇ ਨੇ ਉਹਨਾਂ ਨੂੰ ਖਤਮ ਕਰ ਦਿਆ ਕਰਦਾ ਜਾਂ ਫਿਰ ਉਹਨਾਂ ਲਹਿਰਾਂ ਸੰਘਰਸ਼ਾਂ ਦੇ ਵਿੱਚੋਂ ਇਨਕਲਾਬੀ ਪੈਦਾ ਹੋ ਜਾਇਆ ਕਰਦੇ ਨੇ। ਇਹ ਦੋ ਗੱਲਾਂ ਹੁੰਦੀਆਂ ਨੇ ਜਾਂ ਖਤਮ ਲਹਿਰਾਂ ਤੇ ਜਾਂ ਜੇ ਸੰਘਰਸ਼ ਦੇ ਵਿੱਚੋਂ ਇਨਕਲਾਬੀ ਰੂਹਾਂ ਪੈਦਾ ਹੋ ਜਾਣ ਫਿਰ ਉਹ ਮਿਸਾਲ ਪੈਦਾ ਕਰ ਦਿੰਦੀਆਂ ਨੇ ਜਿਹੜੀ ਰਹਿੰਦੀ ਦੁਨੀਆ ਤੱਕ ਕਾਇਮ ਰਹਿੰਦੀ ਏ। ਮੇਰੇ ਕਲਗੀਆਂ ਵਾਲੇ ਨੇ ਉਹ ਮਿਸਾਲਾਂ ਪੈਦਾ ਕੀਤੀਆਂ ਨੇ। ਹੁਣ ਸੁਣੋ ਪਹਿਲੀ ਵੱਡੀ ਕੁਰਬਾਨੀ ਬਾਜਾਂ ਵਾਲੇ ਪਾਤਸ਼ਾਹ ਦੀ ਉਹ ਇਹ ਹੈ ਦੂਜਿਆਂ ਵਾਸਤੇ ਆਪਣੇ ਪਿਤਾ ਜੀ ਨੂੰ ਵਾਰਨਾ। ਇਹ ਪਹਿਲੀ ਵੱਡੀ ਕੁਰਬਾਨੀ ਆ। ਛੋਟੀ ਉਮਰ 'ਚ ਜਦੋਂ ਉਮਰ 9 ਸਾਲ ਦੀ ਸੀ ਪੁੱਤਰ ਭਾਵੇਂ ਵਿਆਹਿਆ ਜਾਵੇ ਇਹਦੇ ਬੱਚੇ ਵੀ ਹੋ ਜਾਣ ਇਹ ਫਿਰ ਵੀ ਨਹੀਂ ਆਖਦਾ ਬਈ ਮੇਰੇ ਸਿਰ ਤੋਂ ਮੇਰੇ ਬਾਪੂ ਦਾ ਸਹਾਰਾ ਉੱਠ ਜਵੇ। ਹਾਂ ਕੋਈ ਲਾਲਚ ਨਾ ਹੋਵੇ ਇਹਦੇ ਮਨ ਦੇ ਵਿੱਚ ਵੀ ਬਾਪੂ ਤੁਰੇ ਤਾਂ ਮੈਨੂੰ ਮਿਲਣਾ ਇਹ ਗੱਲ ਨਾ ਹੋਵੇ। ਇਹ ਨਹੀਂ ਤਾਂ ਗੁਰੂ ਮਹਾਰਾਜ ਅੱਗੇ ਹੱਥ ਜੋੜ ਕੇ ਆਖਦਾ ਮੇਰੇ ਬਾਪੂ ਦੀ ਉਮਰ ਲੰਮੀ ਕਰੀ। ਇਹੀ ਆਖਦਾ ਨਾ। ਪਰ ਮਹਾਰਾਜ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਤੋਰਿਆ ਵੀ ਤੁਸੀਂ ਇਹਨਾਂ ਦਾ ਧਰਮ ਬਚਾਵੋ। ਜਦੋਂ ਕਿਰਪਾ ਰਾਮ ਹੋਣੀ ਰੋ ਰਹੇ ਸੀ
ਧਰਮੀ ਪੁਰਸ਼ ਦੱਸੋ ਹੋਰ ਕੌਣ ਜੀ, ਜੋ ਤੁਸਾਂ ਦੇ ਤੋਲੇ ਸਾਰੇ ਜਾਨ ਆਪੋ ਆਪਣੀ ਬਚਾਉਣ ਜੀ, ਫਰਜ਼ ਗਏ ਭੋਲੇ। ਤੁਸੀਂ ਇਹਨਾਂ ਦਾ ਧਰਮ ਬਚਾਵੋ। 11 ਨਵੰਬਰ 1675 ਨੂੰ ਉਹ ਸਾਕਾ ਹੋਇਆ ਜਿਹੜਾ ਰਹਿੰਦੀ ਦੁਨੀਆ ਤੱਕ ਕਾਇਮ ਰਹਿਣਾ। ਪਹਿਲੀ ਸ਼ਹੀਦੀ ਉਹ ਵੀ ਪਿਤਾ ਜੀ ਦੀ ਆਈ, ਉਹਨਾਂ ਪਿਆਰੇ ਸਿੱਖਾਂ ਦੀ ਆਈ ਮਹਾਰਾਜ ਜੀ ਦੀ ਜ਼ਿੰਦਗੀ ਦੇ ਵਿੱਚ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ, ਭਾਈ ਸਤੀ ਦਾਸ ਦੇ ਪਿੰਡੇ ਰੂਲ ਪੇੜ ਕੇ ਸ਼ਹੀਦ ਕੀਤਾ, ਭਾਈ ਦਿਆਲਾ ਜੀ ਨੂੰ ਉਵਾਲਿਆ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਐਨ ਸਦਕੇ ਔਰੰਗਜ਼ੇਬ ਨੇ ਲੋਕਾਂ ਨੂੰ, ਕਿਉਂਕਿ ਲੋਕਾਂ ਦੇ ਦਿਲਾਂ ਤੇ ਦਬਦਬਾ, ਡਰ ਤੇ ਦਹਿਸ਼ਤ ਪੈ ਗਈ। ਕੋਈ ਸਰਕਾਰ ਦੇ ਵਿਰੁੱਧ ਉੱਠ ਨਾ ਸਕੇ। ਸਰਕਾਰਾਂ ਕਰਦੀਆਂ ਨਹੀਂ, ਸਰਕਾਰਾਂ ਜਦੋਂ ਰੋਕਦੀਆਂ ਨੇ ਨਾ ਸੰਘਰਸ਼ਾਂ ਨੂੰ, ਕੋਈ ਹਥਿਆਰਬੰਦ ਸੰਘਰਸ਼ ਸ਼ੁਰੂ ਹੁੰਦਾ, ਫਿਰ ਉਹ ਥਿਊਰੀਆਂ ਬਣਾਉਂਦੀਆਂ। ਹਿਟਲਰ ਦੀ ਇੱਕ ਥਿਊਰੀ ਰਹੀ ਆ, ਉਹ ਕਹਿੰਦਾ ਹੁੰਦਾ ਸੀ ਉਹਨਾਂ ਲੋਕਾਂ ਨੂੰ ਚੁੱਕ ਲੋ ਜਿਹੜੇ ਲੋਕ ਬਾਗੀਆਂ ਨੂੰ ਪਨਾਹ ਦਿੰਦੇ ਨੇ, ਬਾਗੀਆਂ ਨੂੰ ਰੋਟੀ ਖਵਾਉਂਦੇ ਨੇ, ਉਹਨਾਂ ਨੂੰ ਚੁੱਕ ਲੋ। ਉਦੋਂ ਔਰੰਗਜ਼ੇਬ ਨੇ ਇਹ ਜਿਹੜੇ ਲੋਕ ਬੁਲਾਏ ਵੀ ਆ ਵੇਖੋ ਜਿਹੜੇ ਸਰਕਾਰ ਦੇ ਬਾਗੀ ਨੇ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ। ਪਰ ਗੁਰੂ ਕੀ ਪਿਆਰਿਓ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ। ਅਣਖ ਨਾ ਜਾਣ ਦਿਓ ਆਪਦੇ ਅੰਦਰੋਂ, ਅਣਖ ਤੇ ਗੈਰਤ ਲਾਜ਼ਮੀ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਵਾਰ-ਵਾਰ ਇਹ ਕਹਿੰਦੇ ਰਹੇ, ਅਸੀਂ ਤਾਂ ਸੱਜੇ ਪਾਈ ਖੱਬੇ ਕੱਢਤੀ, ਖੱਬੇ ਪਾਈ ਸੱਜੇ ਕੱਢਤੀ, ਵੀ ਹਾਂ ਸੰਤ ਜੀ ਕਹਿੰਦੇ ਸੀ। ਉਹਨਾਂ ਨੇ ਜਿਹੜੀ ਲਾਈਨ ਬੋਲੀ ਆ ਨਾ, ਹਰ ਥਾਂ ਤੇ ਜਾ ਕੇ ਬੋਲੀ, ਚਾਹੇ ਉਹ ਸਿਆਸੀ ਗੱਲ ਕਰਦੇ ਸੀ, ਮੰਜੀ ਸਾਹਿਬ ਦੇ ਵਿੱਚ ਸਪੀਚ ਦਿੰਦੇ ਸੀ, ਚਾਹੇ ਉਹ ਕਿਤੇ ਗੁਰਬਾਣੀ ਦੀ ਕਥਾ ਕਰਦੇ ਸੀ, ਆਹ ਲਾਈਨ ਉਹਨਾਂ ਨੇ ਲਾਜ਼ਮੀ ਬੋਲਣੀ, ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਜ਼ਮੀਰ ਨਾ ਮਰਨ ਦਿਓ। ਜਿਉਂਦੀਆਂ ਜ਼ਮੀਰਾਂ ਵਾਲੇ ਜੇਲ੍ਹ 'ਚ ਬੈਠੇ ਨੇ। ਅੱਜ ਮੋਦੀ ਬੋਲ ਰਿਹਾ, ਗੁਰੂ ਕਿਰਪਾ ਕਰੇ ਜੇ ਉਹ ਸਾਡੇ ਉਹਨਾਂ ਬੰਦੀ ਸਿੰਘਾਂ ਬਾਰੇ, ਕਿਉਂਕਿ ਕਨਸੂਆਂ ਸੀ ਬਈ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਹੋਰ ਵੀ ਜਿੰਨੇ ਬੰਦੀ ਸਿੰਘ ਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਜੇਲ੍ਹਾਂ 'ਚ ਬੰਦ ਨੇ, ਕੋਈ ਆਸ ਉਮੀਦ ਹੈ ਨਹੀਂ, ਜੇ ਉਹ ਰਿਹਾ ਹੋ ਜਾਣ। ਇਹ ਧੱਕੇ ਹੋਏ ਨੇ ਸਾਡੇ ਨਾਲ। ਆ ਗੁਰੂ ਕੇ ਪਿਆਰਿਓ, ਬੜੇ ਪਿਆਰ ਦੇ ਨਾਲ ਸਰਵਣ ਕਰਨਾ। ਅਣਖੀ ਕਦੇ ਝੁਕਿਆ ਨਹੀਂ ਕਰਦੇ ਸਰਕਾਰਾਂ ਅੱਗੇ। ਲੱਖੀ ਸ਼ਾਹ ਬਨਜਾਰਾ ਮਹਾਰਾਜ ਦਾ ਧੜ ਲੈ ਗਿਆ, ਭਾਈ ਜੈਤਾ ਸੀਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਇਆ। ਰਕਾਬਗੰਜ ਜਾ ਕੇ ਜਦੋਂ ਝੁਕੋਗੇ ਨਾ, ਲੱਖੀ ਸ਼ਾਹ ਬਨਜਾਰੇ ਨੂੰ ਯਾਦ ਕਰੋਗੇ। ਉੱਥੇ ਜਾ ਕੇ ਜਦੋਂ ਸੀਸ ਝੁਕਾਉਂਦੇ ਹੋ, ਸੀਸਗੰਜ ਸਾਹਿਬ ਜਾ ਕੇ ਨਮਸਕਾਰ ਕਰਦੇ ਹੋ, ਉੱਥੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਰਉਪਕਾਰ ਯਾਦ ਆਉਂਦੇ ਨੇ ਵੀ ਕਿਵੇਂ ਗੁਰੂ ਮਹਾਰਾਜ ਕੁਰਬਾਨ ਹੋਏ ਨੇ। ਤੇ ਇਧਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜਾਬ ਦੀ ਧਰਤੀ ਆ। ਲਓ ਸੁਣਿਓ ਹੁਣ, ਦਿੱਲੀ ਨੇ ਜਦੋਂ ਵੀ ਕੋਈ ਇਹੋ ਜੀ ਕਾਰਵਾਈ ਕਰਨੀ ਚਾਹੀ, ਦਿੱਲੀ ਨੇ ਜਦੋਂ ਵੀ ਕੋਈ ਐਕਸ਼ਨ ਲਿਆ, ਜੇ ਕਾਲੇ ਕਾਨੂੰਨ ਆਏ, ਸਭ ਤੋਂ ਪਹਿਲਾਂ ਪੰਜਾਬ ਵਾਲੇ ਉੱਠੇ। ਉਦੋਂ ਇਹ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ ਆ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਇੱਕ ਪੱਤਰਕਾਰ ਕਹਿੰਦਾ, ਸੰਤ ਜੀ ਤੁਹਾਡੀ ਦਿੱਲੀ ਨਾਲ ਕੀ ਲੜਾਈ ਆ? ਸੰਤ ਜੀ ਨੇ ਕੋਈ ਵੀ ਨਹੀਂ। ਕਹਿੰਦੇ ਦਿੱਲੀ ਕਹਿੰਦੀ ਆ ਵੀ ਗਰਦਨ ਝੁਕਾ ਕੇ ਚੱਲੋ। ਸਾਡਾ ਗੁਰੂ ਕਲਗੀਆਂ ਵਾਲਾ ਪਾਤਸ਼ਾਹ ਸਾਨੂੰ ਸਿੱਖਿਆ ਦੇ ਗਿਆ ਵੀ ਗਰਦਨ ਉਠਾ ਕੇ ਤੁਰਨਾ ਹੈ। ਬਸ ਆਹੀ ਆ ਰੌਲਾ, ਹੋਰ ਰੌਲਾ ਕੋਈ ਨਹੀਂ। ਬਾਜਾਂ ਵਾਲੇ ਪਾਤਸ਼ਾਹ ਨੇ ਪੰਜਾਬ ਦੀ ਧਰਤੀ ਤੇ ਜਦੋਂ ਪਿਤਾ ਜੀ ਦੀ ਸ਼ਹੀਦੀ ਹੋ ਗਈ, ਢੇਰੀਆਂ ਨਹੀਂ ਢਾਈਆਂ। ਬਾਪੂ ਚਲਿਆ ਜਾਵੇ, ਇੱਕ ਵਾਰ ਪੁੱਤ ਉਖੜ ਜੇ ਜਾਂਦਾ, ਇਹ ਕੁਦਰਤੀ ਗੱਲ ਹੈ। ਪਰ ਮਹਾਰਾਜ ਉਖੜੇ ਨਹੀਂ, ਢੇਰੀ ਨਹੀਂ ਢਾਈ। ਬਾਜਾਂ ਵਾਲੇ ਮਾਹੀ ਨੇ, ਮਹਾਰਾਜ ਕਹਿੰਦੇ ਔਰੰਗਜ਼ੇਬ ਦਾ ਕਾਲਜਾ ਧੜਕੂ ਉੱਠੂ, ਸੁਣੋ ਗੂੰਜ ਕੌਮੀ ਜੈਕਾਰਿਆਂ ਦੀ। ਆਹ ਧਰਤੀ ਤੋਂ ਨਾਰੇ ਜਕਾਰੇ ਵੀ ਗੂੰਜਣੇ ਨੇ, ਇਹ ਧਰਤੀ ਤੇ ਨਗਾਰੇ ਵੀ ਵੱਜਣੇ ਨੇ ਜਿਨ੍ਹਾਂ ਦੀ ਮਨਾਹੀ ਸੀ। ਲਓ ਰਣਜੀਤ ਨਗਾਰਾ ਉਦੋਂ ਵੱਜਦਾ ਕਿਉਂਕਿ ਸਿੱਧਾ ਸਰਕਾਰ ਨੂੰ ਚੈਲੰਜ ਸੀ। ਉਹਨਾਂ ਲੋਕਾਂ ਨੂੰ ਸੁਚੇਤ ਕਰਨਾ ਸੀ ਜਿਹੜੇ ਸਰਕਾਰ ਦੇ ਪੱਖ 'ਚ ਖੜਦੇ ਸੀ। ਢਾਡੀ ਜਿੱਥਾ ਪਮਾਲ ਦਾ ਗਾ ਕੇ ਇਹੋ ਪੇਸ਼ ਕਰ।
हो सतगुर तेग बहादुर जी ने जाम शहादत दा जद पीता, नाल जालमा जंग लड़ांगे 10वें गुरां फैसला कीता, नाल जालमा जंग लड़ांगे 10वें गुरां फैसला कीता। हो चंगी तरह विचार वेखिया होर कोई ना चलता चा रहियो, हाँ बदली चंद समय ने अपनी जद वजिया रणजीत नगारा, ओ बदली चंद समय ने अपनी जद वजिया रणजीत नगारा। जुल्म करन तो बाज न आउंदे राजशीम कदम कुत्ते, जुल्म करन तो बाज न आउंदे राजशीम कदम कुत्ते, माड़ा वाले हाथ चले गए तलवारां दे कब्जे उत्ते, माड़ा वाले हाथ चले गए तलवारां दे कब्जे उत्ते। हो नाल जोश दे भड़क उठिया सख पंथ सारे दा सारा, पई सुती पई वीरता जागी जद वजिया रणजीत नगारा, हाँ सुती पई वीरता जागी जद वजिया रणजीत नगारा। समा डराउणा बुरी हुकूमत दे वल झाके, गैरत अणख जिंदगी बदले हुण होणगे खूनी साके, गैरत अणख जिंदगी बदले हुण होणगे खूनी साके। हो जड़ा पुटना मुगल राज नूं गूंज पिया कौमी जाका रहियो, हो लाल किले दा तख्त डोलिया जद वजिया रणजीत नगारा, हो लाल किले दा तख्त डोलिया जद वजिया रणजीत नगारा। आजादी दे आशिक उठे देश भगत जो दे बलकारी, कौमी बेड़ी दे विच वट्टे लगी वीरो पौण गदारी, कौमी बेड़ी दे विच वट्टे लगी वीरो पौण गदारी। हो देश रोही खुद गर्जा नूं उदों जापिया खतरा पारा, हो कौम कहतियां दे मन धड़के जद वजिया रणजीत नगारा, हो कौम कहतियां दे मन धड़के जद वजिया रणजीत नगारा। बुरी करन बलवंत हमेशा बेईमान कमीने बाजी, बुरी करन बलवंत हमेशा बेईमान कमीने बाजी, मुगलां नूं धीआं दे डोले हार गए जिंदगी दी बाजी, मुगलां नूं धीआं दे डोले हार गए जिंदगी दी बाजी। हो अपना राज बचाउण वास्ते
ਦੇਸ਼ ਭਗਤ ਯੋਧੇ ਬਲਕਾਰੀ, ਕੌਮੀ ਬੇੜੀ ਦੇ ਵਿੱਚ ਬੱਟੇ ਲੱਗੀ ਪਾਉਣ ਵੀਰੋ ਗਦਾਰੀ। ਗਦਾਰ ਆ ਨਾ ਜਿਹੜਾ, ਇਹਨੂੰ ਕਿਸੇ ਵੀ ਦੇਸ਼ ਜਿਹੜਾ ਮਰਜ਼ੀ ਹੋਵੇ, ਪਾਰਟੀ ਜਿਹੜੀ ਮਰਜ਼ੀ ਹੋਵੇ, ਇਹਨੂੰ ਚੰਗਾ ਨਹੀਂ ਮੰਨਿਆ ਗਿਆ ਗਦਾਰ ਨੂੰ। ਹੈਗਰਟ ਅੰਗਰੇਜ਼ ਲਿਖਾਰੀ ਆ, ਬਾਪੂ ਜੀ ਗਿਆਨੀ ਸੋਹਣ ਸਿੰਘ ਸੀਤਲ ਨੇ ਉਹਦਾ ਜ਼ਿਕਰ ਕੀਤਾ। ਉਦੋਂ ਜ਼ਿਕਰ ਕੀਤਾ ਜਦੋਂ ਸਾਡੇ ਕੋਲੋਂ ਸਾਡਾ ਸਿੱਖ ਰਾਜ ਜਾ ਰਿਹਾ ਸੀ, ਉਦੋਂ ਜ਼ਿਕਰ ਕੀਤਾ ਉਹਦਾ। ਉਦੋਂ ਉਹਦੇ ਖਾਸ ਲਾਈਨ ਲਿਖੀ ਆ, ਜਦੋਂ ਧਿਆਨ ਸਿੰਘ ਡੋਗਰਾ ਮਰਿਆ, ਉੱਥੇ ਲਿਖਦਾ ਉਹ ਹੈਗਰਟ ਕਹਿੰਦਾ ਜਿਹੜੇ ਆਪਣਿਆਂ ਦਾ, ਆਪਣੇ ਜਿਹੜੇ ਜਥੇਬੰਦੀ ਦਾ ਭੇਤ ਦੂਜਿਆਂ ਨੂੰ ਦੇਣ, ਕਹਿੰਦੇ ਉਹਦੇ ਸਰੀਰ ਦੀ ਖਾਦ ਬਣਾ ਕੇ ਖੇਤਾਂ 'ਚ ਪਾ ਦਿਓ। ਉਹ ਇਹ ਲਿਖਦਾ। ਨਾਲ ਗਿਆਨੀ ਜੀ ਉਹਨਾਂ ਨੇ ਲਾਈਨ ਲਿਖੀ ਤੇ ਨਾਲ ਆਪਦੀ ਟਿੱਪਣੀ ਕੀਤੀ, ਉੱਤੇ ਆਪਦੀ ਟਿੱਪਣੀ ਕਰਕੇ ਕਿਹਾ, ਉਹ ਕਹਿੰਦਾ ਨਾ 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 ਇਹ ਨਾ ਕਰਿਓ, ਖੇਤਾਂ 'ਚ ਖਾਦ ਨਾ ਕਿਤੇ ਪਾ ਦਿਓ। ਉੱਥੋਂ ਜਿਹੜੀਆਂ ਫਸਲਾਂ ਨੇ ਪੈਦਾ ਹੋਣਾ, ਅਨਾਜ ਨੇ ਪੈਦਾ ਹੋਣਾ, ਉਹਨੂੰ ਖਾ ਕੇ ਕੋਈ ਹੋਰ ਗਦਾਰ ਨਾ ਪੈਦਾ ਹੋ ਜਾਵੇ। ਇੰਨੇ ਮਾੜੇ ਨੇ। ਆਪਣਿਆਂ ਨੇ ਗਦਾਰੀ ਕੀਤੀ। 22 ਧਾਰ ਦੇ ਰਾਜਿਆਂ ਨੇ ਔਰੰਗਜ਼ੇਬ ਦਾ ਸਾਥ ਦਿੱਤਾ, ਨਗਾਰੇ ਵਜਾਏ ਮਹਾਰਾਜ ਨੇ ਸਾਨੂੰ ਇੱਕ ਲੜੀ ਦੇ ਵਿੱਚ ਪਰੋਣ ਵਾਸਤੇ ਖਾਲਸਾ ਪੰਥ ਸਾਜਿਆ, ਅੰਮ੍ਰਿਤ ਦੀ ਦਾਤ ਦਿੱਤੀ ਬਾਜਾਂ ਵਾਲੇ ਪਾਤਸ਼ਾਹ ਜੀ ਨੇ। ਮਹਾਰਾਜ ਦੀ ਕਲਮ ਚੱਲੀ। ਵੇਖੋ, ਮਹਾਰਾਜ ਤਲਵਾਰ ਦੇ ਵੀ ਧਨੀ, ਮਹਾਰਾਜ ਕਲਮ ਦੇ ਵੀ ਧਨੀ ਆ। ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋ ਰਹੀ ਹੈ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕੀ ਸਨ? ਇੱਕ ਨਾਲ ਜਦੀ ਉੱਠ ਖਲੋਤਾ। ਉਹ ਕਹਿੰਦਾ ਵੀ ਤੇਰਾ ਸਵਾਲ ਆ ਜਿਹੜਾ ਇਹ ਗਲਤ ਆ, ਇਹ ਸਵਾਲ ਗਲਤ ਆ, ਇਹ ਤੇਰਾ ਸਵਾਲ ਠੀਕ ਨਹੀਂ। ਉਹ ਕਹਿੰਦਾ ਮੈਂ ਤਾਂ ਠੀਕ ਹੀ ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਜੀ ਕੀ ਸਨ। ਉਹ ਕਹਿੰਦੇ ਨਹੀਂ, ਤੂੰ ਇਹ ਪੁੱਛ ਵੀ ਗੁਰੂ ਗੋਬਿੰਦ ਸਿੰਘ ਜੀ ਕੀ ਨਹੀਂ ਸਨ। ਉਹ ਤੇਗ ਦੇ ਧਨੀ ਨੇ, ਅੰਮ੍ਰਿਤ ਦੇ ਦਾਤੇ ਨੇ, ਉਹ ਮਜ਼ਲੂਮਾਂ ਦੇ ਰਾਖੇ ਨੇ, ਉਹ ਉੱਗੇ ਸਾਹਿਤਕਾਰ ਨੇ। ਕਹਿੰਦੇ ਜੇ ਗੁਰੂ ਦੀ ਕਲਮ ਨਾ ਚੱਲਦੀ, ਹਿੰਦੁਸਤਾਨ ਦਾ ਸਾਹਿਤ ਕੰਗਾਲ ਹੋ ਜਾਂਦਾ। ਹੋਰ ਵੇਖੋ, ਗਿਆਨੀ ਹਰਿੰਦਰ ਸਿੰਘ ਜੀ ਮਹਿਬੂਬ ਨੂੰ ਪੜੋ, ਸਹਿਜੇ ਰਚਿਓ ਖਾਲਸਾ। ਉਹ ਗ੍ਰੰਥ ਦਾ ਨਾਂ ਲਿਖਦੇ ਨੇ, 2 ਨਾਂ ਆਉਂਦੇ ਨੇ ਇਹ ਗ੍ਰੰਥ ਦੇ, ਵਿਦਿਆ ਸਾਗਰ ਜਾਂ ਵਿਦਿਆਧਰ। ਜਿੱਥੇ 52 ਕਵੀਆਂ ਨੇ, ਤੁਸੀਂ ਕਵੀ ਦਰਬਾਰ ਕਰਕੇ ਹਟਿਓ ਕੱਲ, 52 ਕਵੀਆਂ ਨੇ ਕਵਿਤਾਵਾਂ ਰਚੀਆਂ। ਉਹ ਗ੍ਰੰਥ ਦਾ ਨਾਂ ਵਿਦਿਆਧਰ ਜਾਂ ਵਿਦਿਆ ਸਾਗਰ ਸੀ। 9 ਮਣ ਭਾਰ ਸੀ ਉਹਦਾ, 9 ਮਣ, ਜਿਹੜਾ ਸਰਸਾ ਦੇ ਪਾਣੀ 'ਚ ਰੁੜ ਗਿਆ। ਜੇ ਉਹ ਸਾਡੇ ਕੋਲੇ ਬਚ ਜਾਂਦਾ ਰਹਿੰਦਾ, ਪਤਾ ਨਹੀਂ ਉਹਦੇ ਵਿੱਚ ਕੀ ਖਜ਼ਾਨਾ ਸੀ, ਕਿਹੋ ਜਿਹੀਆਂ ਕਵਿਤਾਵਾਂ ਹੋਣੀਆਂ ਸੀ ਉਹ ਯੋਧਿਆਂ ਦੀਆਂ ਲਿਖੀਆਂ ਹੋਈਆਂ, ਉਹਨਾਂ 52 ਕਵੀਆਂ ਦੀਆਂ। ਕਲਗੀਧਰ ਪਾਤਸ਼ਾਹ ਜਿਸ ਪਾਸੇ ਵੀ ਚੱਲੇ, ਗੁਰੂ ਕੇ ਪਿਆਰਿਓ, ਜਿਵੇਂ ਆਪਾਂ ਕਹਿੰਦੇ ਆ ਨਾ, ਮੀਲ ਪੱਥਰ ਗੱਡਦੇ ਗਏ, ਉਹ ਚਾਨਣ ਮਨਾਰਾ ਬਣ ਕੇ ਉੱਭਰੇ। ਉਹਨਾਂ ਨੇ ਪਿਤਾ ਜੀ ਨੂੰ ਵਾਰਿਆ, ਉਹਨਾਂ ਨੇ ਆਪਦੇ ਲਾਲ ਵਾਰੇ ਨੇ। ਜਦੋਂ ਪੁੱਤਰਾਂ ਦੀ ਲੋੜ ਹੁੰਦੀ ਆ, ਮਾਪਿਆਂ ਨੂੰ ਹੱਥੀ ਪੁੱਤ ਤੋਰ ਦੇਣੇ, ਇਹ ਬਾਜਾਂ ਵਾਲੇ ਦੇ ਹਿੱਸੇ ਆਇਆ ਹੈ। ਆ ਵੀ ਕਲਗੀਆਂ ਵਾਲਾ ਪਾਤਸ਼ਾਹ ਹੀ ਕਹਿ ਸਕਦਾ ਹੈ, ਇਨ ਪੁੱਤਰਨ ਕੇ ਸੀਸ ਪੇ ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਵੀ ਬਾਜਾਂ ਵਾਲਾ ਪਾਤਸ਼ਾਹ ਹੀ ਕਹਿ ਸਕਦਾ ਹੈ। ਆਪਾਂ ਇਨ ਪੁੱਤਰਨ ਬਣਨਾ, ਗੁਰੂ ਮਹਾਰਾਜ ਜੀ ਦੇ ਇਨ ਪੁੱਤਰਨ। ਮੈਂ ਅਖੀਰ ਤੇ ਮੇਰੇ ਵੀਰ ਮਨਦੀਪ ਸਿੰਘ ਜੀ ਉਹਨਾਂ ਨੇ ਆਖਿਆ ਸੀ, ਕਿਉਂਕਿ ਜਿੰਨਾ ਸਮਾਂ ਸੀ, ਸਮਾਂ ਸਮਾਪਤ ਹੈ। ਕਿਸਾਨੀ ਸੰਘਰਸ਼ ਦੀ ਜਿੱਤ ਹੋਈ ਆ। ਆਪਾਂ ਬਹੁ ਗਿਣਤੀ ਇਸ ਕਿੱਤੇ ਨਾਲ ਜੁੜੇ ਹੋਏ ਆ। ਪੰਜਾਬ ਦਾ ਜਿਹੜਾ ਹਰ ਕਿਸਾਨ ਆ ਨਾ, ਉਹਨੂੰ ਪਤਾ ਜ਼ਮੀਨ ਮੇਰਾ ਸਭ ਕੁਝ ਹੀ ਹੈ। ਉਹ ਜ਼ਮੀਨ ਖਾਤਰ 1 ਸਾਲ ਬਾਰਡਰਾਂ ਤੇ 1 ਸਾਲ 13 ਦਿਨ 732 ਕਿਸਾਨ ਜਿਹੜੇ ਉਹਦੇ ਵਿੱਚ ਆਪਣੀ ਜਿੰਦ ਕੁਰਬਾਨ ਕਰ ਗਏ। ਗੁਰੂ ਕੇ ਪਿਆਰਿਓ, ਜੇ ਰੁਪਈਆ ਆਰਥਿਕ ਪੱਖ ਦੀ ਗੱਲ ਕਰੀਏ ਨਾ, ਕੋਈ ਐਸਾ ਘਰ ਹੀ ਹੋਊਗਾ ਜਿਸ ਘਰ ਨੇ ਉਸ ਸੰਘਰਸ਼ ਦੇ ਵਿੱਚ
ਆਪਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਨਹੀਂ ਕੱਢਿਆ। NRI ਸਾਡੇ ਬਾਹਰ ਬੈਠੇ ਨੇ ਵੀਰ, ਉਹਨਾਂ ਨੇ ਦਿਨ ਰਾਤ ਇੱਕ ਕਰ ਦਿੱਤਾ, ਉਧਰ ਵੀ ਮੁਜ਼ਾਹਰੇ ਹੋਏ ਨੇ। ਪਰ ਇਹਦੇ ਵਿੱਚ ਜਿਹੜੀ ਸੋਚ ਸੀ ਨਾ, ਜਿਹੜੇ ਉੱਥੇ ਬੈਠੇ ਸੀ, ਜੇ ਆਹ ਸੋਚ ਹੋਵੇ ਉਹ ਸੰਘਰਸ਼ ਕਦੇ ਹਾਰਦੇ ਨਹੀਂ। ਹੋਰ ਸੁਣੋ, ਪ੍ਰਸ਼ਾਂਤ ਜਿਹੜੇ ਆਪਣੇ ਭੂਸ਼ਣ ਹੋਣੀ ਨੇ, ਪ੍ਰਸ਼ਾਂਤ ਭੂਸ਼ਣ ਹੋਣੀ, ਉਹ ਲਿਖਦੇ ਨੇ, ਉਹ ਕਹਿੰਦੇ ਜਿਸ ਸੰਘਰਸ਼ ਦਾ ਪੰਜਾਬ ਮੋਢੀ, ਪੰਜਾਬ ਮੁਖੀ ਹੋਵੇ, ਉਹ ਸੰਘਰਸ਼ ਕਦੇ ਹਾਰਦਾ ਨਹੀਂ। ਉਹਨੇ ਇਹ ਗੱਲ ਲਿਖੀ ਏ। ਸੁਪਰੀਮ ਕੋਰਟ ਦਾ ਵਕੀਲ ਏ, ਉਹ ਕਹਿੰਦਾ ਜਿਹਦੇ ਮੋਢੀ ਪੰਜਾਬੀ ਹੋਣ, ਆਪਾਂ ਮੋਢੀ ਬਣੇ, ਆਪਾਂ ਅੱਗੇ ਲੱਗੇ, ਸਭ ਨੇ ਤੁਹਾਡਾ ਸਾਥ ਦਿੱਤਾ ਏ। ਪਰ ਉੱਥੇ ਸੋਚ ਵੇਖੋ ਕੈਸੀ ਕੰਮ ਕਰਦੀ ਸੀ। ਗੁਰੂ ਕਲਗੀਆਂ ਵਾਲੀ ਦੀ ਕਿਰਪਾ, ਬਾਜਾਂ ਵਾਲੀ ਪਾਤਸ਼ਾਹ ਦੀ। ਉੱਥੇ ਇੱਕ ਮਾਤਾ, ਉਹਦੇ ਗਿੱਟੇ ਤੇ ਪਹਿਲੇ ਦਿਨ ਜਦੋਂ ਸ਼ੰਭੂ ਬਾਰਡਰ ਤੋਂ ਉਧਰੋਂ ਆਪਣੇ ਖਨੌਰੀ ਬਾਰਡਰ ਤੋਂ ਗਏ ਨਾ ਆਪਾਂ ਦਿੱਲੀ ਵੱਲ ਨੂੰ, ਉਹਦੇ ਡਾਂਗ ਵੱਜੀ ਸੀ ਪੁਲਿਸ ਦੀ, ਗਿੱਟਾ ਟੁੱਟ ਗਿਆ, ਪਲਾਸਟਰ ਲਵਾ ਦਿੱਤਾ ਗਿਆ ਉਹਦੇ ਪਿੰਡ ਵਾਲਿਆਂ ਨੇ। ਉਹਨੂੰ ਕਹਿੰਦੇ ਮਾਤਾ ਹੁਣ ਤੂੰ ਫਿਰਨਾ, ਮੰਜੇ ਤੇ ਬਹਿ ਜਾ, ਸਰਦੀਆਂ ਦੇ ਦਿਨ ਨੇ, ਇਹ ਗਿੱਟੇ ਨੇ ਛੇਤੀ ਲੋਟ ਨਹੀਂ ਹੋਣਾ, ਜੇ ਇਸ ਤਰ੍ਹਾਂ ਹੀ ਫਿਰਦੀ ਰਹੀ। ਉਹਦੇ ਅਗਲੇ ਬੋਲ ਸੁਣਿਓ, ਉਹ ਕਹਿੰਦੀ ਹੱਥ ਜੋੜ ਕੇ, ਨਾ ਮੈਨੂੰ ਇਉਂ ਨਾ ਕਹੋ, ਇਉਂ ਨਾ ਕਹੋ, ਮੇਰੇ ਕੋਈ ਬੱਚਾ ਨਹੀਂ ਸੀ, ਮੇਰੇ ਔਲਾਦ ਕੋਈ ਨਹੀਂ, ਮੇਰਾ ਘਰ ਵਾਲਾ ਵੀ, ਇਸ ਤੁਹਾਡਾ ਬਾਪੂ ਵੀ ਇਹ ਦੁਨੀਆ ਤੇ ਨਹੀਂ ਰਿਹਾ, ਕੱਲੀ ਹੋਈ ਆ, ਮੈਨੂੰ ਰੋਕੋ ਨਾ। ਆ ਨੌਜਵਾਨਾਂ ਵੱਲ ਜਦੋਂ ਮੈਂ ਵੇਖਦੀ ਆ, ਮੈਨੂੰ ਮੇਰੇ ਪੁੱਤ ਲੱਗਦੇ ਨੇ, ਮੈਨੂੰ ਸੇਵਾ ਕਰ ਲੈਣ ਦਿਓ। ਉਹ ਕਿੱਥੇ ਸੰਘਰਸ਼ ਹਰ ਜੂਗਾ। ਇੱਕ ਬਜ਼ੁਰਗ ਬਾਬਾ, ਉਹਦਾ ਪੋਤਾ ਗਿਆ ਹਫ਼ਤੇ ਬਾਅਦ, ਕਹਿੰਦਾ ਬਾਬਾ ਆਪਦੇ ਦਾਦੇ ਨੂੰ ਕਹਿੰਦਾ ਹੁਣ ਪਿੰਡ ਤੂੰ ਜਾਇਆ, ਮੈਂ ਆ ਗਿਆ, ਮੈਂ ਰੁਕਦਾ ਹਫ਼ਤਾ। ਬਾਬਾ ਪਹਿਲਾਂ ਤਾਂ ਚੁੱਪ ਕਰ ਗਿਆ, ਚੁੱਪ ਕਰਕੇ ਉਹ ਫਿਰ ਬੋਲਿਆ, ਜਦੋਂ ਜਨਵਰੀ ਦੇ ਵਿੱਚ ਇਹ ਡਰ ਪੈਦਾ ਹੋ ਗਿਆ ਸੀ ਵੀ ਉੱਥੇ ਗੋਲੀ ਨਾ ਚੱਲ ਜਾਵੇ, ਵੀ ਪੁਲਿਸ ਗੋਲੀ ਨਾ ਚਲਾ ਦੇਵੇ। ਉਹ ਬਾਬਾ ਬੋਲਦਾ, ਕਹਿੰਦਾ ਜੇ ਮੈਂ ਪਿੰਡ ਚਲਿਆ ਗਿਆ, ਪਿੱਛੋਂ ਗੋਲੀ ਚੱਲ ਗਈ, ਮੈਂ ਗੋਲੀ ਤੋਂ ਵਾਂਝਾ ਰਹਿ ਗਿਆ, ਕਹਿੰਦਾ ਫਿਰ ਮੈਂ ਜਿੰਨਾ ਚਿਰ ਜਿਉਣਾ ਪੁੱਤਰਾ, ਮੈਨੂੰ ਮੇਰੀਆਂ ਅੱਖਾਂ ਦੇ ਵਿੱਚ ਅੱਖਾਂ ਨਹੀਂ ਪਾ ਹੋਣੀਆਂ, ਮੈਂ ਕਿਵੇਂ ਸ਼ੀਸ਼ੇ ਮੂਹਰੇ ਖੜ ਕੇ ਆਪਦੇ ਆਪ ਨੂੰ ਵੇਖਿਆ ਕਰਾਂਗਾ, ਮੈਨੂੰ ਇੱਥੇ ਹੀ ਰਹਿਣ ਦੇ, ਮੇਰੇ ਗੋਲੀ ਜੇ ਚੱਲਦੀ ਹੈ ਮੈਂ ਗੋਲੀ ਖਾਣੀ ਚਾਹੁੰਦਾ ਹਾਂ। ਉਹ ਸੰਘਰਸ਼ ਕਦੇ ਹਾਰਦੇ ਨਹੀਂ ਜਿਹੜੇ ਸੋਚ ਲੈਣ। ਸੂਬੇਦਾਰ ਅਮਰਜੀਤ ਸਿੰਘ ਗੁਰਦਾਸਪੁਰ ਦਾ, ਵੇਖੋ ਕਈਆਂ ਦੀ ਜ਼ਿੰਦਗੀ ਦੇ ਵਿੱਚ ਆਰਾਮ ਲਿਖਿਆ ਹੀ ਨਹੀਂ ਹੁੰਦਾ। ਰਿਟਾਇਰਡ ਹੋਇਆ ਸੀ, ਫੌਜ ਚੋਂ ਆਇਆ ਹੋਇਆ, ਜਿਹਨੇ 72 ਦੀ ਜੰਗ, ਵੇਖੋ ਗੁਰੂ ਕੇ ਪਿਆਰਿਓ, ਜਿਹਨੇ ਜੰਗ 62 ਦੀ ਜੰਗ ਲੜੀ ਆ, 65 ਦੀ ਜੰਗ ਲੜੀ ਆ, ਤੇ ਉਦੋਂ ਬਾਅਦ 2 ਪਾਕਿਸਤਾਨ ਦੇ ਨਾਲ, ਚੀਨ ਦੇ ਨਾਲ ਲੜ ਕੇ ਘਰੇ ਨਹੀਂ ਬੈਠਿਆ। ਜਦੋਂ ਆ ਗਿਆ ਉੱਥੇ ਸਾਲ ਤੋਂ ਬੈਠਾ ਰਿਹਾ, ਸੰਘਰਸ਼ ਕਰਦਾ ਰਿਹਾ, ਸੰਘਰਸ਼। ਵਡੇਰੀ ਉਮਰ ਸੀ, ਇੱਕ ਵਾਰ ਨਹੀਂ ਘਰਦਿਆਂ ਨੇ ਰੋਕਿਆ। ਇਉਂ ਜਦੋਂ ਸੋਚ ਆਉਂਦੀ ਏ ਸੰਘਰਸ਼ ਦੇ ਵਿੱਚ, ਫਿਰ ਗੁਰੂ ਕੇ ਪਿਆਰਿਓ, ਮੇਰੀਆਂ ਭੈਣਾਂ ਮਾਤਾਵਾਂ, ਇਹਨਾਂ ਨੇ ਵੀ ਛਾਲਾਂ ਮਾਰ ਮਾਰ ਕੇ ਸੜਕਾਂ ਤੇ ਆ ਕੇ ਬਹਿ ਗਈਆਂ। ਲਾ ਉਹ ਸੀਨ, ਉਹ ਦ੍ਰਿਸ਼ਾ, ਮਹਾਰਾਜ ਨੇ ਆਪਣੇ ਪੁਰਬ ਤੇ ਕਿਰਤੀਆਂ ਦੀ ਗੱਲ ਕਰਦੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਪੁਰਬ ਤੇ ਗੁਰੂ ਕੇ ਪਿਆਰਿਓ ਵੱਡਿਆਂ ਵੱਡਿਆਂ ਹੰਕਾਰੀਆਂ ਨੂੰ ਮੁਆਫੀ ਮੰਗਣ ਲਈ ਮਜਬੂਰ ਕਰ ਦਿੱਤਾ ਸੀ। ਤੇ ਉਹ ਸੰਘਰਸ਼ ਜਿਹਦੇ ਵਿੱਚ ਆ ਜਜ਼ਬੇ ਨੂੰ ਲੈ ਕੇ ਬੈਠੇ ਹੋਏ ਬਜ਼ੁਰਗ, ਨੌਜਵਾਨ, ਮਾਤਾਵਾਂ, ਭੈਣਾਂ ਨੂੰ ਸਾਡੀ ਕੋਟ ਕੋਟ ਪ੍ਰਣਾਮ ਜੀ। ਢਾਡੀ ਜੱਥਾ ਪਮਾਲ ਦਾ ਮੇਰੇ ਸਾਥੀ ਸੁਖਪਾਲ ਸਿੰਘ, ਪ੍ਰਭਜੋਤ ਤੇ ਜਸਪਾਲ ਸਿੰਘ ਆ ਕੇ ਇੰਜ ਦੱਸ ਰਹੇ। ਕੰਨ ਖੋਲ ਕੇ ਸੁਣੀ ਸਰਕਾਰ ਨੀ, ਕੰਨ ਖੋਲ ਕੇ ਸੁਣੀ ਸਰਕਾਰ, ਕਾਲਿਆਂ ਕਾਨੂੰਨਾਂ ਵਾਲੀਏ ਪੁੱਤ ਜਾਗ ਪਏ ਖੇਤਾਂ ਦੇ ਸਾਰੇ, ਸੜਕਾਂ ਤੇ ਆਣ ਨਿਤਰੇ ਦਿੱਲੀਏ, ਸ਼ੇਰਾਂ ਨਾਲ ਮੱਥਾ ਲਾਵੀਂ ਨਾ ਤੂੰ ਸੁਣ ਬਿੱਲੀਏ, ਸ਼ੇਰਾਂ ਨਾਲ ਮੱਥਾ ਲਾਵੀਂ ਨਾ ਤੂੰ ਸੁਣ ਬਿੱਲੀਏ।
कर दित्तियां मुल्क दियां सड़कां बई कर दित्तियां मुल्क दियां सड़कां मुड़के दे नाल गिल्लियां जेड़ा मुड़का साडा चोया हंजू बनू तेरी अख दा वैर ने मोर्चियां उत्तों हलने ना हुण पैर ने मोर्चियां उत्तों हलने ना हुण पैर ने रगा साडियां दे विच खून दौड़दा बई रगा साडियां दे विच खून दौड़दा पिता गुरु दशमेश दा असी वारस उस दे अड़िए रिहा जो बंदूकां बीजदा सूरमा रोज आके कुट देंगे नी तेरा चूरमा रोज आके कुट देंगे नी तेरा चूरमा उठ आ गया चुल्हे दियां रानियां बई उठ आ गया चुल्हे दियां रानियां पई जाव वेल कन में वेख डटियां हकां दी खातर परां च मुड़ासे बनियां चुन्नियां जट बाजो रह जानियां पे जूहा सुन्नियां कामे बाजो रह जानियां जूहा सुन्नियां भला चाहती जे असां दे कोलों नी भला चाहती जे असां दे कोलों वापस तू लैला बिल नू नहीं हो जूगा तख्त तेरा ढेरी रोटे ने सुनाती आखरी खरीए जेड़े भांडे विच खाइए ना शेक करिए जेड़े भांडे विच खाइए ना शेक करिए जेड़े भांडे विच खाइए ना शेक करिए ਜਦੋਂ ਸੱਚੇ ਸੁੱਚੇ ਸਿੱਧਕੀ ਸੰਘਰਸ਼ ਦੇ ਵਿੱਚ ਆਪਦਾ ਯੋਗਦਾਨ ਪਾਉਣ ਉਹ ਸੰਘਰਸ਼ ਕਦੇ ਹਾਰੇ ਨਹੀਂ ਜਾਂਦੀ। ਗੁਰੂ ਕੇ ਪਿਆਰਿਓ ਜਿੱਤ ਤੁਹਾਨੂੰ ਨਸੀਬ ਹੋਈ ਏ ਏਕਾ ਪਿਆਰ ਸਾਡਾ ਬਣਿਆ ਰਹੇ ਆਪਾਂ ਇਹੀ ਅਰਦਾਸ ਬੇਨਤੀ ਕਰਦੇ ਆਂ। ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਜਿੱਥੇ ਪੁਰਬ ਮਨਾ ਰਹੇ ਆਂ ਪ੍ਰਕਾਸ਼ ਦਿਹਾੜਾ ਆਪਾਂ ਮਨਾਇਆ ਹੈ। आओ महाराज कलगियां वाले सतगुरु महाराज जी दियां खुशियां लईए ते खुशी आग्या भाई अकाल की तभी चलायो पंथ सब सिखन को हुक्म है गुरु मानियो ग्रंथ। गुरु ग्रंथ साहब महाराज दे लड़ लग के अते सतगुरु महाराज जी दे महान महान परोपकारां नूं क्योंकि आ दिन आपां जिहड़े पौधे कड्ढे ने जिहड़ी सभा चलदी है ਆਪਾਂ ਜਿਹੜੇ ਜੋੜ ਮੇਲੇ ਮਨਾ ਕੇ ਹਟੇ ਆ ਜਿਹੜੇ ਸਮਾਗਮ ਆਪਾਂ ਗੁਰੂ ਘਰਾਂ ਦੇ ਵਿੱਚ ਕਰਕੇ ਹਟੇ ਆ ਬਸ ਇੰਨਾ ਕੀ ਯਾਦ ਕਰ ਲਿਓ ਜੇ ਮਹਾਰਾਜ ਚਾਹੁੰਦੇ ਇੱਕ ਸਾਹਿਬਜ਼ਾਦੇ ਨੂੰ ਰੱਖ ਸਕਦੇ ਸੀ ਉਹਨਾਂ ਨੇ ਇੱਕ ਨਹੀਂ ਰੱਖਿਆ ਚਾਰੇ ਦੇ ਚਾਰੀ ਵਾਰ ਤੇ ਇੱਕ ਰੱਖ ਸਕਦੇ ਸੀ ਫਤਿਹ ਸਿੰਘ ਨੂੰ ਰੱਖ ਲੈਂਦੇ ਬਾਬਾ ਅਜੀਤ ਸਿੰਘ ਨੂੰ ਵੀ ਰੱਖ ਸਕਦੇ ਸੀ ਪਰ ਨਹੀਂ ਸਾਡੇ ਤੋਂ ਚਾਰ ਵਾਰੇ ਨੇ ਸਾਨੂੰ ਆਪਦੇ पुत्र बनाया हुण आपां उन्हां दे इन पुत्रन बनना इन पुत्रन जिहड़े बने ने गुरु के प्यारिओ जय जयकार है गुरु महाराज जी दियां मेहरां किरपा बख्शिश साडी सारियां संगत ते अते साडे विच एका प्यार इतफाक
ਇਹ ਅਰਦਾਸ ਲਾਜ਼ਮੀ ਕਰਿਓ, ਸਾਡੀ ਕੌਮ ਦੇ ਵਿੱਚ ਏਕਾ ਪਿਆਰ ਇਤਫਾਕ ਬਣਿਆ ਰਹੇ। ਸਾਡੇ ਬੰਦੀ ਸਿੰਘ ਵੀ ਉਹ ਰਿਹਾ ਹੋਣ ਆਪਣੇ ਮਾਤਾ ਪਿਤਾ ਦੇ ਕੋਲ, ਜਿਨ੍ਹਾਂ ਦੇ ਬੱਚੇ ਆ ਬੱਚਿਆਂ ਦੇ ਕੋਲ, ਜਿਨ੍ਹਾਂ ਦੇ ਭੈਣ ਭਰਾ ਨੇ ਉਹਨਾਂ ਦੇ ਕੋਲ ਆਉਣ। ਇਹ ਅਰਦਾਸ ਵੀ ਗੁਰੂ ਸਾਡੇ ਤੇ ਕਿਰਪਾ ਕਰੇ, ਮਿਹਰ ਕਰੇ, ਸਾਡੀ ਪ੍ਰਵਾਨ ਹੋਵੇ। ਸਾਰੀ ਸੰਗਤ ਦਾ, ਵੀਰ ਮਨਦੀਪ ਸਿੰਘ ਜੀ ਉਹਨਾਂ ਦਾ, ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ। ਢਾਡੀ ਜੱਥਾ ਰਿਸ਼ਪਾਲ ਸਿੰਘ ਕਮਾਲ, ਮੇਰੇ ਸਾਥੀ ਸੁਖਪਾਲ ਸਿੰਘ, ਪ੍ਰਭਜੋਤ ਸਿੰਘ, ਜਸਪਾਲ ਸਿੰਘ, ਅਸੀਂ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।